ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੰਨੇ ਦੀ ਅਸੀਂ 15ਵੀਂ ਪੌੜੀ ਜਪਜੀ ਸਾਹਿਬ ਦੀ, ਉਹਦੇ ਦਰਸ਼ਨ ਕਰਨ ਵਾਸਤੇ ਅੱਜ ਹਾਜ਼ਰ ਹਾਂ। ਭੁੱਲਾਂ ਚੁੱਕਾਂ ਦੀ ਛਿਮਾ ਦੇਣਾ, 2-3 ਦਿਨ ਦੀ ਗੈਰ ਹਾਜ਼ਰੀ, ਕੁਝ ਕਾਰਜ ਵੀ ਬਿਜ਼ੀ ਰੱਖਦੇ ਹੈ, ਪੈਰਾ ਹੋਰ ਪਾਸੇ ਵੀ ਹੈ। ਮਹਾਰਾਜ ਕੋਈ ਕਿਰਪਾ ਕਰਨ, ਜਿਵੇਂ ਹੁਕਮ ਹੈ। ਮੰਨੇ ਦੀ ਇਹ ਪੌੜੀ ਕੋਈ ਪੜ੍ਹ ਸਕੇਗਾ? जी। मन्ने पावे मुख द्वार, मन्ने परवार साधार, मन्ने तरे तरे गुर सिख, मन्ने नानक पवे बिख। ऐसा नाम निरंजन होई, जेको मन जाने। ऐसा नाम निरंजन होई, जेको मन जाने। ਵਾਹਿਗੁਰੂ ਜੀ, ਬਹੁਤ ਧੰਨਵਾਦ। ਪਿਛਲੀ ਪੌੜੀ ਵਿੱਚ ਇਸ ਤਰ੍ਹਾਂ ਲੱਗਿਆ ਜਿਵੇਂ ਸਾਹਿਬ ਸਾਨੂੰ ਸਥਿਰਤਾ ਦੀ ਅਵਸਥਾ ਦਾ ਗਿਆਨ ਕਰਾ ਰਹੇ ਹਨ। ਮਨਨ ਕਰਨ ਵਾਲਾ ਜਿਹੜਾ ਅਮਲ ਕਰੇ ਜੀਵਨ ਵਿੱਚ, ਉਹ ਕਿਵੇਂ ਸਥਿਰਤਾ ਨੂੰ ਪ੍ਰਾਪਤ ਹੋ ਜਾਂਦਾ ਹੈ। ਉਹਦੇ ਮਾਰਗ ਵਿੱਚ ਵਿਘਨ ਨਹੀਂ ਆਉਂਦੇ ਹਨ, ਡਾਮਾ ਡੋਲ ਨਹੀਂ ਹੁੰਦਾ। ਇਸ ਪੌੜੀ ਵਿੱਚ ਮਹਾਰਾਜ ਆਜ਼ਾਦੀ ਦੇ ਦਰਸ਼ਨ ਕਰਾ ਰਹੇ ਹਨ। ਕੁਝ ਸ਼ਬਦ ਇਸ ਪੌੜੀ ਦੇ ਗਹਿਨ ਹਨ, ਉਹਨਾਂ ਦੇ ਦਰਸ਼ਨ ਪਹਿਲੇ ਕਰਦੇ ਚਲੀਏ। ਮੋਖ ਦੁਆਰ ਪਰਵਾਰੇ ਸਾਧਾਰ, ਤਰੇ ਤਾਰੇ ਗੁਰਸਿੱਖ, ਮੰਨੇ ਨਾਨਕ ਪਵੇ ਨਾ ਪਿਖ। ਇੱਕ ਆਜ਼ਾਦ ਅਵਸਥਾ ਦੀ ਗੱਲ ਹੋ ਰਹੀ ਹੈ, ਜਿਸ ਤੇ ਕੋਈ ਹੁਣ ਝੂਠ ਦਾ ਸੰਬੰਧ ਨਹੀਂ ਰਹਿ ਗਿਆ ਹੈ। ਜਿਸ ਅਵਸਥਾ ਵਿੱਚ ਹੁਣ ਰਾਜ ਮਿਲ ਗਿਆ, ਲੱਗਦਾ ਹੈ ਇੱਕ ਤਰ੍ਹਾਂ ਦਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਿਰਪਾ ਸਾਹਿਬ ਦੀ, ਉਹਨਾਂ ਦੀ ਇਸ ਬਾਣੀ ਦੇ ਦਰਸ਼ਨ ਕਰਕੇ ਉਹਨਾਂ ਨੂੰ ਮਿਲਣ ਦਾ ਇੱਕ ਯਤਨ, ਉਹਨਾਂ ਨੂੰ ਮਿਲਣ ਦਾ ਇੱਕ ਸਮਾਂ ਮਿਲ ਜਾਂਦਾ ਹੈ, ਜਿੱਥੇ ਉਹਨਾਂ ਦੀ ਬਾਣੀ ਨਾਲ ਬੈਠ ਕੇ ਵਿਚਾਰ ਕਰਦੇ ਹਾਂ, ਇਵੇਂ ਉਹਨਾਂ ਨੂੰ ਵੀ ਦਰਸ਼ਨ ਕਰ ਲੈਂਦੇ ਹਾਂ। ਉਹਨਾਂ ਦੀ ਬਾਣੀ ਉਹਨਾਂ ਦਾ ਹੁਕਮ ਹੈ, ਉਹਨਾਂ ਦਾ ਆਦੇਸ਼ ਹੈ, ਉਹਨਾਂ ਦਾ ਪਿਆਰ ਹੈ, ਉਹਨਾਂ ਦੇ ਜੀਵਨ ਦੇ ਨੂੰ ਜਾਣਨ ਦਾ ਐਕਸਪੀਰੀਅੰਸ ਪ੍ਰਗਟ ਹੈ। ਆਓ ਅਸੀਂ ਗੁਰੂ ਸਾਹਿਬ ਨੂੰ ਹਾਜ਼ਰ ਨਾਜ਼ਰ ਜਾਣ ਕੇ, ਮਿਲ ਬੈਠ ਕੇ ਮਹਾਰਾਜ ਦੇ ਚਰਨਾਂ ਵਿੱਚ ਉਹਨਾਂ ਦਾ ਪ੍ਰੇਮ ਪ੍ਰਾਪਤ ਕਰ ਸਕੀਏ। ਇਹ ਅਰਦਾਸ ਮਨ ਵਿੱਚ ਰੱਖੀਏ। ਜੀਵਨ ਵਿੱਚ ਸਾਨੂੰ ਸਤ ਪ੍ਰਗਟ ਹੋ ਸਕੇ, ਜੀਵਨ ਵਿੱਚ ਅਸੀਂ ਝੂਠ ਨੂੰ ਤਿਆਗ ਸਕੀਏ, ਜੀਵਨ ਵਿੱਚ ਸੱਚ ਦਾ ਪ੍ਰੇਮ ਪ੍ਰਾਪਤ ਕਰ ਲਈਏ, ਜੀਵਨ ਵਿੱਚ ਆਨੰਦ ਦੀ ਵਰਖਾ ਮਨ ਵਿੱਚ ਹੋ ਜਾਏ। ਇਹ ਪੁਕਾਰ ਮਨ ਵਿੱਚ ਸਿੱਖ ਦੇ ਸਦਾ ਰਹਿਣੀ ਚਾਹੀਦੀ ਹੈ। ਐਸੇ ਪੁਕਾਰ ਦਾ, ਅਰਦਾਸ ਦਾ, ਐਸੇ ਬੁਲਾਵੇ ਦਾ, ਐਸੇ ਸੱਦੇ ਦਾ ਜਵਾਬ ਗੁਰਪ੍ਰਸਾਦ ਦੇ ਵਿੱਚ ਸਾਹਿਬ ਸਾਨੂੰ ਦੇ ਸਕਦੇ ਹਨ, ਜੇ ਉਹ ਕਿਰਪਾ ਸਮਝਣ। ਅਸੀਂ ਗੁਰਪ੍ਰਸਾਦ ਦੇ ਪਾਤਰ ਹੋ ਸਕੀਏ, ਮਨ ਨੂੰ ਇੰਨਾ ਸ਼ੁੱਧ ਕਰ ਸਕੀਏ, ਇਤਨਾ ਅਮਲ ਕਰ ਸਕੀਏ। ਮਨ ਔਰ ਨਾਮ ਦੀ ਇਸ ਖੇਡ ਵਿੱਚ
ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਮਨ ਵਿੱਚ ਕੋਈ ਮਨਨ ਕਰੇ ਤਾਂ ਇਹ ਅਵਸਥਾਵਾਂ ਕਿਰਪਾ ਨਾਲ, ਉਹਨਾਂ ਦੇ ਨਦਰ ਦੇ ਨਾਲ ਸਾਡੇ ਜੀਵਨ ਵਿੱਚ ਪ੍ਰਗਟ ਹੋ ਸਕਦੀਆਂ ਹਨ। ਇਹਨਾਂ ਬਾਣੀਆਂ ਦੀ ਉੱਚ ਉਡਾਰੀ, ਜਪਜੀ ਸਾਹਿਬ ਦੀ ਬਾਣੀ ਜਾਂ ਹੋਰ ਵੀ ਬਾਣੀਆਂ ਜੋ ਸਾਹਿਬ ਪ੍ਰਗਟ ਕਰਦੇ ਹੈ, ਇਹਨਾਂ ਦੀ ਉੱਚੀ ਉਡਾਰੀ ਤਾਂ ਹੀ ਸੰਭਵ ਹੋ ਸਕਦੀ ਹੈ ਜੇ ਅਸੀਂ ਆਪਣਾ ਧਿਆਨ ਇਕਾਗਰ ਕਰਕੇ ਇਸ ਬਾਣੀ ਦੇ ਨਾਲ ਚੱਲੀਏ, ਆਪਣੇ ਵਿਚਾਰ ਤਿਆਗ ਦਈਏ, ਆਪਣਾ ਆਪ ਤਿਆਗ ਦਈਏ, ਗੁਰੂ ਦੇ ਨਾਲ ਅੰਗ ਸੰਗ ਸ਼ਬਦ ਦੇ ਦਰਸ਼ਨ ਕਰਦੇ ਹੋਏ, ਵਿਚਾਰਦੇ ਹੋਏ ਮਨ ਨੂੰ ਪਲਟ ਸਕੀਏ, ਮਨ ਨੂੰ ਬਦਲ ਸਕੀਏ। ਇਹਨਾਂ ਬਾਣੀਆਂ ਦੇ ਵਿੱਚ ਇਸ ਬਾਣੀ ਦੇ ਅੰਦਰ ਕੁਝ ਚੀਜ਼ਾਂ ਤੇ ਪ੍ਰਗਟ ਨੇ ਜੋ ਸਾਨੂੰ ਵਿਚਾਰਨੀਆਂ ਨੇ। ਕੁਝ ਅਵਸਥਾਵਾਂ ਮਨ ਦੀਆਂ ਇਹੋ ਜਿਹੀਆਂ ਨੇ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਦੇਸ਼ ਰੂਪ ਸਾਨੂੰ ਦੱਸਦੇ ਹਨ। ਉਹ ਐਕਸਪੀਰੀਐਂਸ਼ੀਅਲ ਗੱਲਾਂ ਨੇ, ਕਿਸੇ ਨੂੰ ਐਕਸਪੀਰੀਐਂਸ ਹੋਏ ਤਾਂ ਹੀ ਉਹਨਾਂ ਨੂੰ ਜਾਣ ਸਕਦਾ ਹੈ। ਪਰ ਆਦੇਸ਼ ਮਾਤਰ ਸਾਹਿਬ ਸਾਨੂੰ ਇਸ਼ਾਰਾ ਜ਼ਰੂਰ ਕਰਦੇ ਹਨ। ਮਨ ਦੀਆਂ ਉਹਨਾਂ ਅਵਸਥਾ ਵਿੱਚ ਗੁਰੂ ਅਮਰਦਾਸ ਨੇ ਵੀ ਸਾਨੂੰ ਸਮਝਾਇਆ ਹੈ। ਦਸਮ ਦੁਆਰ ਦੀ ਗੱਲ ਕੀਤੀ ਹੈ, ਹਰ ਜਿਉ ਗੁਫਾ ਅੰਦਰ ਰੱਖ ਕੇ ਗੱਲ ਕੀਤੀ ਹੈ। ਇਹ ਸਾਰੀ ਬਾਣੀ ਦੇ ਨਾਲ ਰਿਲੇਟਡ ਸਬਜੈਕਟਸ ਹੈਗੇ ਹੈ। ਪਰ ਇਹਨਾਂ ਨੂੰ ਅਸੀਂ ਇਹਨਾਂ ਵੱਲ ਟੁਰਾਂਗੇ ਜਾਂ ਇਹਨਾਂ ਦੀ ਪੜਤਾਲ ਵੱਲ ਚੱਲਾਂਗੇ, ਵੱਖਰੀ ਬਾਣੀ ਵਿੱਚ ਉਹਦਾ ਉਹ ਲਾਭ ਨਹੀਂ ਹੈ ਜਿਹੜਾ ਉਹ ਐਕਸਪੀਰੀਅੰਸ ਵਿੱਚ ਲਾਭ ਹੈ। ਸਾਨੂੰ ਇਕਾਗਰ ਮਨ ਵਿੱਚ ਸ਼ਬਦ ਔਰ ਸੁਰਤ ਦੀ ਇਸ ਖੇਡ ਵਿੱਚ ਜਦੋਂ ਰਲ ਕੇ ਟੁਰਾਂਗੇ ਤਾਂ ਜੋ ਦੱਸਦੇ ਸਨ ਸਾਨੂੰ ਸਿਆਣੇ ਕਿ ਇਹ ਕਮਾਈ ਦੀ ਉਚਲੀ ਅਵਸਥਾਵਾਂ ਨੇ। ਜਦੋਂ ਆਨੰਦ ਤੋਂ ਵੀ ਪਰੇ ਦਸਮ ਦੁਆਰ ਦੀ ਦੁਆਰ ਖੁੱਲ੍ਹਦਾ ਹੈ। ਇਸ ਮਾਰਗ, ਇਸ ਪੌੜੀ ਦੇ ਪਹਿਲੀ ਪੰਕਤੀ ਵਿੱਚ ਸਾਹਿਬ ਸਾਨੂੰ ਇੱਕ ਮੁਕਤੀ ਦੇ ਦੁਆਰ ਦੀ ਗੱਲ ਕਰਦੇ ਹਨ। ਮੰਨੇ ਦੀ ਅਵਸਥਾ ਵਿੱਚ ਮੰਨੇ ਪਾਵੇ ਮੋਖ ਦੁਆਰ। ਜੀਵਨ ਵਿੱਚ ਸਾਨੂੰ ਸਭ ਨੂੰ ਪਾਣ ਦੀ ਵਿਆਖਿਆ ਅਲੱਗ-ਅਲੱਗ ਲੱਗਦੀ ਹੈ। ਅਸੀਂ ਕੁਝ ਪੈਸਾ ਕਮਾਇਆ ਤੇ ਕੁਝ ਪਾ ਲਿਆ, ਕੁਝ ਸਾਲ ਪੜ੍ਹਾਈ ਕੀਤੀ, ਸਰਟੀਫਿਕੇਟ ਪਾ ਲਿਆ, ਸ਼ਾਦੀ ਹੋਈ, ਵਿਆਹ ਹੋਇਆ, ਬੱਚੇ ਹੋਏ, ਪਰਿਵਾਰ ਪਾ ਲਿਆ। ਇਸੇ ਤਰ੍ਹਾਂ ਜੀਵਨ ਵਿੱਚ ਕੁਝ ਪਾਣ ਦਾ, ਯਾਨੀ ਪਾਣ ਦੀ ਜਗ੍ਹਾ ਮੈਂ ਇੱਕ ਸ਼ਬਦ ਵਰਤਾਂ ਗੇਨ, ਪ੍ਰੋਫਿਟ ਜਾਂ ਕੁਝ ਮਿਲ ਜਾਏ, ਉਹਦੀ ਡੈਫੀਨੇਸ਼ਨ ਅਲੱਗ-ਅਲੱਗ ਸਾਡੇ ਜੀਵਨ ਵਿੱਚ ਹੈ। ਪਰ ਗੁਰਮਤਿ ਮਾਰਗ ਵਿੱਚ ਅਸਲ ਪਾਣਾ ਉਹ ਮੰਨਿਆ ਜਾਏਗਾ ਜਿਹੜਾ ਕਾਲ ਰਹਿਤ ਹੋਗਾ, ਜਿਹੜਾ ਸਮੇਂ ਮੇਰੇ ਤੋਂ ਨਹੀਂ ਲੈ ਸਕੇਗਾ, ਮੌਤ ਮੇਰੇ ਤੋਂ ਨਹੀਂ ਲੈ ਸਕੇਗੀ। ਮੈਂ ਉਸ ਪਾਣ ਵਿੱਚ ਜਦੋਂ ਉਸ ਬਾਗ ਔਰ ਬਗੀਚੇ ਵਿੱਚ ਉਤਰਾਂਗਾ ਜਿੱਥੇ ਇਹੋ ਜਿਹੀਆਂ ਵਸਤੂਆਂ ਹੋਣ ਜਿਹੜੀਆਂ ਮੈਨੂੰ ਮਿਲ ਸਕਣ ਔਰ ਉਹ ਮੇਰੇ ਤੋਂ ਕੋਈ ਲੈ ਨਾ ਸਕੇ, ਤਾਂ ਉਹ ਅਸਲ ਪਾਣਾ ਹੈ, ਤਾਂ ਉਹ ਅਸਲ ਜੀਵਨ ਦੀ ਕਮਾਈ ਹੈ। ਕਿਉਂਕਿ ਅਗਰ ਸਮੇਂ ਦੇ ਅੰਦਰ ਕੁਝ ਪਾਇਆ ਤਾਂ ਸਮੇਂ ਤੋਂ ਬਾਹਰ ਉਹ ਸਾਡੇ ਕੋਲ ਰਹਿਣਾ ਨਹੀਂ ਹੈ। ਇਹ ਬਾਣੀ ਸਾਨੂੰ ਕਈ ਵਾਰ ਕਈ ਤਰੀਕਿਆਂ ਨਾਲ ਸਮਝਾਉਂਦੀ ਹੈ ਕਿ ਜੋ ਜੀਵਨ ਨੇ ਸਾਨੂੰ ਦਿੱਤਾ ਹੈ ਉਹ ਜੀਵਨ ਲੈ ਲਏਗਾ। ਪਰ ਇਹ ਮੰਨਣ ਦੀ ਅਵਸਥਾ ਵਿੱਚ, ਮੰਨੇ ਦੀ ਪੌੜੀਆਂ ਵਿੱਚ ਗੁਰੂ ਸਾਹਿਬ ਸਾਨੂੰ ਉਹਨਾਂ ਅਵਸਥਾਵਾਂ ਦੇ ਦਰਸ਼ਨ ਕਰਾਉਂਦੇ ਹਨ ਜਿਹੜੇ ਸਦਾ ਲਈ ਸਾਡੇ ਨਾਲ ਹਨ।
ਜਾਂ ਉਹਦੇ ਨਾਲ ਜਿਹੜੀ ਕਮਾਈ ਕਰਦਾ ਹੈ, ਜਿਹੜਾ ਮੰਨਣ ਕਰਦਾ ਹੈ, ਇਹ ਅਸਲ ਪਾਣਾ ਹੈ ਜੀਵਨ ਵਿੱਚ। ਜਿਸ ਨੇ ਇਹ ਪਾ ਲਿਆ ਤਾਂ ਉਸ ਦਾ ਹਲਤ ਔਰ ਪਲਤ ਦੋਨੋਂ ਮੀਨਿੰਗਫੁਲ ਹੋ ਗਏ। ਕਿਉਂਕਿ ਜਦੋਂ ਮੇਰੀ ਦ੍ਰਿਸ਼ਟੀ ਕਾਲ ਤੋਂ ਪਰੇ ਹੋ ਚੁੱਕੀ ਹੈ ਤਾਂ ਜੋ ਮੇਰੇ ਕੋਲ ਕਾਲ ਦੇ ਅੰਦਰ ਹੈ ਉਹ ਕਾਲ ਦੇ ਵਿੱਚ ਮੇਰੇ ਨਾਲ ਹੈ, ਕਾਲ ਤੋਂ ਪਰੇ ਮੇਰੇ ਕੋਲ ਵੀ ਵਸਤੂ ਹੈ, ਤਾਂ ਦੋਨੋਂ ਅਵਸਥਾਵਾਂ ਮੈਂ ਸੰਭਾਲ ਲਈਆਂ ਹਨ। ਗੁਰਮਤਿ ਮਾਰਗ ਵਿੱਚ ਇਹ ਹਲਤ ਔਰ ਪਲਤ ਦੋਨੋਂ ਨੂੰ ਸੰਭਾਲਣ ਦੀ ਵਿਧੀ ਦੱਸੀ ਗਈ ਹੈ। ਆਪ ਦੇਖੋ ਮਹਾਰਾਜ, ਜਦੋਂ ਪਾ ਲਿਆ ਕਿਸੇ ਨੇ ਤਾਂ ਉਹ ਕੀ ਪਾ ਲਿਆ? ਇੱਕ ਬੰਧਨ ਵਿੱਚ ਸੀ ਕੋਈ ਇਨਸਾਨ ਔਰ ਉਸ ਬੰਧਨ ਤੋਂ ਮੁਕਤ ਹੋ ਗਿਆ। ਇੱਕ ਬੰਧਨ ਵਿੱਚ ਸੀ ਜਿਹਦੇ ਤੋਂ ਉਹ ਆਜ਼ਾਦ ਹੋ ਗਿਆ। ਇੱਕ ਬੰਧਨ ਦੇ ਵਿੱਚ ਸੀ ਜਿਸ ਤੋਂ ਰਿਹਾਈ ਪਾ ਲਈ। ਤਾਂ ਉਹ ਬੰਧਨ ਜਦੋਂ ਮੈਨੂੰ ਦੁੱਖ ਦੇਗਾ ਤਾਂ ਆਜ਼ਾਦੀ ਉਸੇ ਤਰ੍ਹਾਂ ਮੈਨੂੰ ਸੁੱਖ ਦੇਗੀ। ਉਸ ਬੰਧਨ ਦੇ ਨਾ ਹੋਣ ਦਾ ਸੁੱਖ, ਉਸ ਦੁੱਖ ਦੇ ਕਾਰਨ ਮੈਨੂੰ ਸੁੱਖ ਮਿਲੇਗਾ। ਕਿਉਂਕਿ ਮੈਨੂੰ ਬੰਧਨ ਵਿੱਚ ਦੁੱਖ ਮਿਲਿਆ, ਬੰਧਨ ਦੇ ਜਾਣ ਨਾਲ ਸੁੱਖ ਹਾਜ਼ਰ ਹੋ ਜਾਏਗਾ। ਤਾਂ ਇਸ ਕਰਕੇ ਇਸ ਪਾਣ ਦੀ ਅਵਸਥਾ ਵਿੱਚ ਮੰਨੇ ਪਾਵੇ ਮੋਖ ਦੁਆਰ। ਹੁਣ ਮੋਖ ਨੂੰ ਸਮਝਣਾ ਹੈ। ਕਾਮ ਜਦੋਂ 4 ਅਵਸਥਾਵਾਂ ਦਸੀਆਂ ਨੇ, ਉਹਦੇ ਵਿੱਚ ਮੋਖ ਚੌਥੀ ਅਵਸਥਾ ਹੈ। ਉਹਨੂੰ ਮੋਕਸ਼ ਕਿਹਾ ਹੈ। ਮੋਕਸ਼ ਦਾ ਮਤਲਬ ਲਿਟਰਲੀ ਇਹ ਹੁੰਦਾ ਹੈ ਕਿ ਮੁਕਤੀ ਪਾ ਲੈਣਾ। ਗੁਰਮਤਿ ਮਾਰਗ ਵਿੱਚ ਮੁਕਤੀ ਜੀਂਦੇ ਜੀ ਹੀ ਮੁਕਤੀ ਹੈ। ਇਹਦਾ ਮਤਲਬ ਕੀ ਹੈ? ਇਹਦਾ ਮਤਲਬ ਮਨ ਦੀ ਅਵਸਥਾ ਨਾਲ ਮੁਕਤੀ ਵਾ ਰੱਖਦੀ ਹੈ। ਮੁਕਤੀ ਦਾ, ਆਜ਼ਾਦੀ ਦਾ ਰਿਲੇਸ਼ਨਸ਼ਿਪ ਮਨ ਦੇ ਨਾਲ ਹੈ। ਜਦ ਮਨ ਬੰਧਨ ਵਿੱਚ ਹੈ, ਮਨ ਫਸਿਆ ਹੈ, ਮਨ ਆਜ਼ਾਦ ਨਹੀਂ ਹੈ, ਮਨ ਉਸ ਵੇਲੇ ਮੁਕਤ ਨਹੀਂ ਹੈ, ਤਾਂ ਉਹ ਮਨ ਦੀ ਅਵਸਥਾ ਵੀ ਮੁਕਤ ਨਹੀਂ ਹੈ। ਉਸ ਮਨ ਦੇ ਵਿੱਚ ਰਹਿਣ ਵਾਲਾ ਮਾਲਕ ਵੀ ਉਹਦਾ ਮੁਕਤ ਨਹੀਂ ਹੈ। ਮੁਕਤੀ ਦਾ ਇਹ ਭਾਵ ਕਿ ਮੇਰਾ ਮਨ ਆਜ਼ਾਦ ਹੈ, ਉਹੀ ਮੇਰੀ ਆਜ਼ਾਦੀ ਹੈ। ਔਰ ਜਦ ਮਨ ਆਜ਼ਾਦ ਹੋਏਗਾ ਤਾਂ ਮਨ ਸਰੀਰ 'ਤੇ ਫਿਰ ਡਿਪੈਂਡੈਂਟ ਨਹੀਂ ਹੈ। ਉਹ ਫਿਰ ਸਦਾ ਉਹ ਅਵਸਥਾ ਉਹਦੇ ਨਾਲ ਹੈ। ਉਸ ਮਨ ਦੀ ਅਵਸਥਾ ਵਿੱਚ ਜੀਵਨ, ਫਿਰ ਉਸ ਮਨ ਦੀ ਅਵਸਥਾ ਦੇ ਦਰਸ਼ਨ ਵਿੱਚ ਜੀਵਨ ਜੀਆ ਜਾਂਦਾ ਹੈ ਤਾਂ ਜੀਵਨ ਵੀ ਪਲਟ ਜਾਂਦਾ ਹੈ। ਜੀਵਨ ਦਾ ਉਹ ਪੱਖ, ਮਨ ਦਾ ਉਹ ਪੱਖ ਜਿਹੜਾ ਮੇਰਾ ਕੰਡੀਸ਼ਨਡ ਮਾਈਂਡ ਹੈ, ਹਉਮੈ ਨਾਲ ਜਿਹੜਾ ਮੇਰਾ ਵਾਹ ਰੱਖਦਾ ਹੈ, ਉਹ ਵੀ ਬਦਲ ਜਾਂਦਾ ਹੈ ਜਦੋਂ ਮੈਨੂੰ ਮਨ ਦੀ ਉਹ ਅਵਸਥਾ ਹਾਜ਼ਰ ਹੋ ਜਾਏ ਜਿਹਦੇ ਵਿੱਚ ਆਜ਼ਾਦੀ ਹੈ। ਮੈਂ ਬਣਿਆ ਕਿਸ ਚੀਜ਼ ਦਾ ਹਾਂ? ਮੈਨੂੰ ਕਿਹੜੇ ਬੰਧਨ ਹਨ? ਆਪ ਦੇਖੋ ਅੱਜ ਦੀ ਤਾਰੀਖ ਵਿੱਚ ਕਿਤਨੀ ਬਿਮਾਰੀ ਹੈ ਦੁਨੀਆ ਵਿੱਚ, ਔਰ ਇਸ ਬਿਮਾਰੀ ਕਰਕੇ ਕਿਤਨੇ ਲੋग व्याकुल ਨੇ, ਪਰੇਸ਼ਾਨ ਨੇ, ਭੈਭੀਤ ਨੇ। ਔਰ ਇਹਦਾ ਕਾਰਨ ਕੀ ਹੈ? ਕਿਉਂਕਿ ਅਸੀਂ ਇਸ ਜੀਵਨ ਨਾਲ ਬੰਨੇ ਹੋਏ ਹਾਂ। ਸਾਨੂੰ ਇਸ ਜੀਵਨ ਦੇ ਬੰਧਨ ਤੋਂ ਹੀ ਜੀਵਨ ਦੀ ਪ੍ਰਾਪਤੀ ਹੈ। ਇਹ ਬੰਨਿਆ ਕਿਵੇਂ ਹੋਏ ਹਾਂ? ਜਿਹੜਾ ਜੀਵਨ ਅਸੀਂ ਜਾਣਦੇ ਹਾਂ ਉਹ ਫਿਜ਼ੀਕਲ ਦਾਇਰੇ ਦਾ ਜੀਵਨ ਹੈ। ਹਉਮੈ ਦੇ ਅੰਦਰ, ਹੰਕਾਰ ਦੇ ਅੰਦਰ ਦਾ ਜੀਵਨ ਹੈ। ਅਸੀਂ ਇਸ ਜੀਵਨ ਵਿੱਚ ਹੀ ਆਪਣੇ ਦੁਨੀਆ ਨੂੰ ਜਾਣਦੇ ਹਾਂ। ਹੁਣ ਮਾਨਸਿਕ ਅਵਸਥਾ ਦੀ ਗੱਲ, ਇਹਦੇ ਵਿੱਚ ਥੋੜ੍ਹੀ ਫਰਕ ਹੋ ਜਾਂਦੀ ਹੈ। ਸਰੀਰ ਕਰਕੇ, ਸੁਸਾਇਟੀ ਕਰਕੇ, ਜੀਵਨ ਕਰਕੇ ਮੈਨੂੰ ਇਸ ਬਿਮਾਰੀ ਨੇ ਬੰਨ੍ਹ ਦਿੱਤਾ ਹੈ। ਮੈਂ ਡਰ ਦੇ ਮਾਰਿਆ ਜਾਂ ਭੈਭੀਤ ਹੋਇਆ ਜਾਂ ਆਪਣੇ ਸਰਵਾਈਵਲ ਵਾਸਤੇ ਜੀਵਨ ਦੇ ਉਸ ਪਹਿਲੂਆਂ ਵਿੱਚ ਨਹੀਂ ਵਿਚਰ ਪਾ ਰਿਹਾ ਜਿਨ੍ਹਾਂ ਵਿੱਚ ਮੈਂ ਨਾਰਮਲੀ ਵਿਚਰਦਾ ਹਾਂ।
ਅਗਰ ਇਸ ਤਰ੍ਹਾਂ ਦੇਖਿਆ ਜਾਏ ਤੇ ਇਹ ਬਹੁਤ ਅੱਛਾ ਸਮਾਂ ਹੈ ਮਨ ਨੂੰ ਜਾਣਨ ਵਾਸਤੇ ਕਿ ਮੇਰੇ ਮਨ ਦੀ ਅਵਸਥਾ ਕੀ ਹੈ। ਮੇਰਾ ਮਨ ਜਿਨ੍ਹਾਂ ਚੀਜ਼ਾਂ ਤੇ ਆਧਾਰ ਦੇ ਉੱਪਰ ਜੀਵਨ ਜੀਂਦਾ ਹੈ ਉਹ ਸਾਰੇ ਇੱਕ ਬੰਧਨ ਦੀ ਤਰ੍ਹਾਂ ਮੇਰੇ ਨਾਲ ਚੱਲਦੇ ਨੇ ਔਰ ਅੱਜ ਉਹ ਮੇਰੇ ਤੇ ਹਾਵੀ ਹੋ ਗਏ ਹਨ। ਅੱਜ ਮੈਂ ਉਸ ਬੰਧਨ ਦੇ ਨੂੰ ਪ੍ਰਗਟ ਰੂਪ ਵਿੱਚ ਦੇਖ ਪਾ ਰਿਹਾ ਹਾਂ ਕਿ ਮੈਂ ਬੰਨ੍ਹਿਆ ਗਿਆ ਹਾਂ, ਹੁਣ ਮੈਂ ਆਜ਼ਾਦ ਨਹੀਂ ਹਾਂ। ਜੀਵਨ ਦੇ ਮਨ ਦੀ ਅਵਸਥਾ, ਸਰੀਰਕ ਅਵਸਥਾ ਔਰ ਵਿਵਹਾਰਿਕ ਜੀਵਨ ਦਾ ਇਹ ਜਿਹੜਾ ਰਿਲੇਸ਼ਨਸ਼ਿਪ ਹੈ, ਇਹਨੂੰ ਸਿੱਖਣ ਦਾ ਇਹ ਬਹੁਤ ਅੱਛਾ ਸਮਾਂ ਹੈ। ਇਹਨੂੰ ਗਹਿਨ ਰੂਪ ਵਿੱਚ ਦੇਖੀਏ ਕਿ ਕੀ ਹੋ ਰਿਹਾ ਹੈ ਫਿਜ਼ੀਕਲ ਲੈਵਲ 'ਤੇ, ਸੋਸ਼ਲ ਲੈਵਲ 'ਤੇ, ਮੇਰੀ ਮੈਂਟਲ ਲੈਵਲ 'ਤੇ, ਇਮੋਸ਼ਨਲ ਲੈਵਲ 'ਤੇ ਮੈਂ ਹਰ ਜਗ੍ਹਾ ਬੰਨਿਆ ਹੋਇਆ ਹਾਂ ਔਰ ਉਸ ਇੰਪੈਕਟ ਦੇ ਜ਼ਰੀਏ ਮੈਂ ਇਸਕੇਪ ਲੱਭਦਾ ਹਾਂ। ਇਹ ਸਮਾਂ ਹੈ ਜਦੋਂ ਮੈਂ ਨੈੱਟਫਲਿਕਸ ਜ਼ਿਆਦਾ ਦੇਖਦਾ ਵਾਂ ਜਾਂ ਮੈਂ TV ਵੱਲ ਜਾਂ ਕੰਪਿਊਟਰ ਵਿੱਚ ਜ਼ਿਆਦਾ ਰਹਿੰਦਾ ਵਾਂ। ਕਾਰਨ ਕਿਉਂਕਿ ਮੈਨੂੰ ਫਿਜ਼ੀਕਲੀ ਹੁਣ ਭ੍ਰਮਣ ਕਰਨ ਦਾ ਮੈਨੂੰ ਫਿਜ਼ੀਕਲ ਭ੍ਰਮਣ ਕਰਨ ਦਾ ਹੁਣ ਬੰਧਨ ਹੈ। ਪਰ ਮਨ ਜਦ ਇਹਨਾਂ ਖੇੜਿਆਂ 'ਚੋਂ ਟੁੱਟ ਗਿਆ, ਜਿਹੜਾ ਮੈਨੂੰ ਰੋਜ਼ਮर्रा ਦਾ ਜੀਵਨ ਹੈ, ਤਾਂ ਮਨ ਦੀ ਕੋਈ ਹੋਰ ਵੀ ਅਵਸਥਾ ਹੈ ਜਿਹੜਾ ਇਸ ਤਰ੍ਹਾਂ ਰਹਿੰਦੇ ਹੋਏ ਵੀ ਇਸ ਮਨ ਦੇ ਅੰਦਰ ਦੀ ਭਾਵਨਾਵਾਂ ਔਰ ਸੋਚ ਦੇ ਉੱਪਰ ਉੱਠਣ ਦਾ ਕੋਈ ਸਮਾਂ ਹੈ। ਤਾਂ ਇਹ ਸਮਾਂ ਇਸ ਨੂੰ ਜਾਣਨ ਦਾ ਹੈ, ਇਸ ਸਮਾਂ ਇਸ ਨੂੰ ਜੀਣ ਦਾ ਹੈ। ਇਹ ਹੁਣ ਬਹੁਤ ਅੱਛਾ ਐਕਸਪੀਰੀਅੰਸ ਦਾ ਸਮਾਂ ਹੈ ਟੂ ਨੋ ਵਾਟ ਇਜ਼ ਲਾਈਫ, ਟੂ ਨੋ ਵਾਟ ਇਜ਼ ਦ ਫਾਰਮ ਆਫ ਮਾਈ ਮਾਈਂਡ, ਟੂ ਨੋ ਮੇਰੀ ਡਿਪੈਂਡੈਂਸੀ ਜਾਂ ਮੇਰੇ ਜੀਵਨ ਦਾ ਆਧਾਰ ਕੀ ਹੈ ਔਰ ਮੈਂ ਉਹਨੂੰ ਇਸ ਵੇਲੇ ਇਸ ਸ਼ਕਤੀ ਨਾਲ ਪਲਟ ਵੀ ਸਕਦਾ ਹਾਂ। ਇਹ 3-4 ਮਹੀਨੇ ਦਾ ਸਮਾਂ ਹੈ ਜਦੋਂ ਅਸੀਂ ਅੰਦਰ ਘਰ 'ਚ ਬੈਠੇ ਹਾਂ, ਕਾਰੋਬਾਰ ਨਹੀਂ ਕਰ ਪਾ ਰਹੇ ਹਾਂ, ਬਾਹਰ ਵਿਚਰ ਨਹੀਂ ਪਾ ਰਹੇ ਹਾਂ, ਤਾਂ ਐਨਰਜੀ ਕੰਜ਼ਰਵ ਵੀ ਹੋ ਰਹੀ ਹੈ। ਇਸ ਕੰਜ਼ਰਵਡ ਐਨਰਜੀ ਨੂੰ ਅਸੀਂ ਕਿੱਥੇ ਯੂਜ਼ ਕਰਦੇ ਹਾਂ, ਕਿਸ ਤਰ੍ਹਾਂ ਵਰਤਦੇ ਹਾਂ, ਇਹ ਇੱਕ ਸਮਾਂ ਹੈ ਦੇਖਣ ਦਾ। ਗੁਰਮਤਿ ਮਾਰਗ ਵਿੱਚ ਇਹ ਸਮਾਂ ਹੈ ਸ਼ਬਦ ਨੂੰ ਜਾਣਨ ਵਾਸਤੇ, ਸ਼ਬਦ ਦੇ ਅਭਿਆਸ ਵਿੱਚ ਬੈਠਣ ਦਾ, ਸ਼ਬਦ ਦੇ ਨਾਲ ਸਾਂਝ ਪਾਉਣ ਦਾ। ਤਾਂ ਇਹ ਰਸਤਾ ਹੋ ਜਾਏਗਾ ਆਜ਼ਾਦੀ ਦਾ। ਗੁਰੂ ਸਾਹਿਬ ਸਾਨੂੰ ਕਹਿ ਰਹੇ ਕਿ ਪਾ ਲਿਆ ਕੁਛ। ਇਹ ਪਾਣਾ ਕਾਲ ਤੋਂ ਪਰੇ ਹੈ। ਇਹ ਪਾਣਾ ਉਹ ਹੈ ਜੋ ਇੱਕ ਵਾਰ ਮਿਲ ਗਿਆ ਫਿਰ ਕੋਈ ਮੇਰੇ ਤੋਂ ਲੈ ਨਹੀਂ ਸਕਦਾ। ਟਾਈਮ, ਸਪੇਸ ਔਰ ਕੌਜ਼ ਤੋਂ ਪਰੇ ਪਾ ਲਿਆ। ਇਹੋ ਜਿਹੀ ਵਸਤੂ ਪਾ ਲਈ ਜਿਹੜੀ ਹੁਣ ਸਦਾ ਲਈ ਨਾਲ ਰਹੇਗੀ। ਨਾਨਕ ਭਗਤਾਂ ਸਦਾ ਵਿਗਾਸ, ਸੁਣਿਐ ਦੁਖ ਪਾਪ ਕਾ ਨਾਸ। ਵੈਸੇ ਤਾਂ ਸੁਣਿਐ ਦੀ ਇਸ ਪੌੜੀ ਵਿੱਚ ਜਿਸ ਨੇ ਸੁਣ ਲਿਆ ਉਹ ਮੰਨਣ ਕਰ ਰਿਹਾ ਹੈ, ਉਹ ਅਮਲ ਕਰ ਰਿਹਾ ਹੈ। ਸੁਣ ਲਿਆ, ਮਨ ਦੇ ਪੱਖ ਨੂੰ ਬਦਲ ਦਿੱਤਾ, ਦੁਨੀਆ ਤੋਂ ਤੋੜ ਕੇ, ਝੂਠ ਤੋਂ ਤੋੜ ਕੇ ਸਤ ਵੱਲ ਮੁੱਖ ਕਰ ਲਿਆ, ਦੁਨੀਆ ਵਿੱਚ ਵਿਚਰਦੇ ਹੋਏ ਗੁਰੂ ਵੱਲ ਮੁੱਖ ਕਰ ਲਿਆ ਔਰ ਸੁੱਖ ਔਰ ਦੁੱਖ ਤੇ ਪਾਰ ਜਾ ਕੇ ਆਨੰਦ ਦੀ ਇੱਕ ਘੜੀ ਵੱਲ ਧਿਆਨ ਕੀਤਾ। ਮੈਂ ਉਹਨਾਂ ਚੀਜ਼ਾਂ ਨੂੰ ਸੁਣ ਰਿਹਾ ਹਾਂ ਹੁਣ ਜਿਹੜੀ ਸਦਾ ਲਈ ਹਨ, ਜਿਹੜੀ ਨਿਰੰਕਾਰ ਦੀ ਗਿਫਟ ਵਾਂਗ ਮੈਨੂੰ ਮਿਲਦੀਆਂ ਹਨ। ਤਾਂ ਸਾਹਿਬ ਦੱਸਦੇ ਨੇ, ਮੰਨੈ ਪਾਵੈ ਮੋਖ ਦੁਆਰ। ਆਜ਼ਾਦੀ ਮਿਲ ਗਈ ਇੱਕ। ਇਹ ਮੋਕਸ਼ ਨੂੰ ਮੌਤ ਤੋਂ ਬਾਅਦ ਗਿਣਿਆ ਜਾਂਦਾ ਹੈ। ਗੁਰਮਤਿ ਮਾਰਗ ਮੁਕਤੀ ਤਾਂ ਮੰਨਦਾ ਹੈ ਜਦੋਂ ਉਹ ਜੀਂਦੇ ਜੀ ਮਿਲ ਜਾਏ, ਯਾਨੀ ਮਨ ਦੀ ਅਵਸਥਾ ਵਿੱਚ ਹੀ ਮਿਲ ਜਾਏ। ਕਿਵੇਂ ਮਿਲੇਗੀ ਇਹ ਮੁਕਤੀ? ਮੈਂ ਆਪਣੇ ਹਉਮੈ ਦਾ ਬੰਨਿਆ ਹਾਂ। ਹਉਮੈ ਤੋਂ ਬਿਨਾਂ ਮੈਨੂੰ ਜੀਵਨ ਨਹੀਂ ਪਤਾ ਕੀ ਹੈ। ਔਰ ਜਿਤਨੇ ਮੇਰੇ ਪਾਪ ਔਰ ਪੁੰਨ ਨੇ ਉਹਨਾਂ ਦਾ ਵਾਹ ਮੇਰੇ ਹਉਮੈ ਨਾਲ ਹੈ। ਮੈਂ ਹਉਮੈ ਨੂੰ ਤਿਆਗ ਕੇ ਜੀਣਾ ਜਾਣਦਾ ਨਹੀਂ ਹਾਂ। ਹਉਮੈ ਦਾ ਇੱਕ ਕਨਵਰਜਨ ਵੀ ਹੁੰਦਾ ਹੈ।
ਮੈਂ ਗੁਰਸਿੱਖ ਹਾਂ, ਗੁਰੂ ਦਾ ਸਿੱਖ ਹਾਂ, ਇਹ ਵੀ ਹਉਮੈ ਦਾ ਕਨਵਰਜਨ ਹੈ। ਪਰ ਜਦੋਂ ਮੈਂ ਨਾਮ ਵਿੱਚ ਲੀਨ ਹੁੰਦਾ ਵਾਂ ਤਾਂ ਇਹ ਹਉਮੈ ਹੈ ਨਹੀਂ। ਫਿਰ ਇਹ ਨਾਮ ਦਾ ਰੂਪ ਲੈ ਕੇ ਮੇਰੇ ਜੀਵਨ ਵਿੱਚ ਪ੍ਰਗਟ ਹੈ। ਫਿਰ ਨਾਮ ਦੇ ਦਰਸ਼ਨ ਵਿੱਚ ਹੀ ਮੈਂ ਹਾਂ। ਮੇਰੀ ਹੋਂਦ ਨਾਮ ਦੇ ਵਿੱਚ ਹੀ ਮੈਨੂੰ ਮਿਲਦੀ ਹੈ। ਜਦੋਂ ਮੈਂ ਨਾਮ ਤੋਂ ਟੁੱਟਦਾ ਵਾਂ ਜਾਂ ਨਾਮ ਤੋਂ ਬੇਮੁਖ ਹੁੰਦਾ ਵਾਂ ਜਾਂ ਨਾਮ ਤੋਂ ਮੇਰਾ ਕੋਈ ਵਾਹ ਕਿਸੇ ਕਾਰਨ ਨਹੀਂ ਥੋੜ੍ਹੇ ਸਮੇਂ ਲਈ ਹੁੰਦਾ, ਤਾਂ ਮੇਰਾ ਜੀਵਨ ਉਸ ਵੇਲੇ ਬਹੁਤ ਪਰੇਸ਼ਾਨ ਔਰ ਵਿਆਕੁਲ ਹੋ ਜਾਂਦਾ ਹੈ। ਜਿਵੇਂ ਇੱਕ ਮੱਛੀ ਪਾਣੀ ਵਿੱਚ ਰਹਿ ਕੇ ਪਾਣੀ ਦੇ ਵਿੱਚ ਪੂਰੀ ਹੈ ਔਰ ਪਾਣੀ ਤੋਂ ਬਾਹਰ ਕੱਢੋ ਤੇ ਉਹ ਤੜਫਦੀ ਹੈ, ਇਸੇ ਤਰ੍ਹਾਂ ਗੁਰਮੁਖ ਜਦੋਂ ਗੁਰੂ ਦੇ ਨਾਮ ਤੋਂ ਟੁੱਟਦਾ ਹੈ ਤਾਂ ਤੜਫਦਾ ਹੈ, ਕਿਉਂਕਿ ਉਹਦਾ ਜੀਵਨ ਹੁਣ ਹਉਮੈ ਨਾ ਰਹਿ ਕੇ ਤੂੰ ਹੀ ਨਿਰੰਕਾਰ ਔਰ ਨਾਮ ਦੇ ਆਨੰਦ ਵਿੱਚ ਹੈ। ਦਰਅਸਲ ਨਾਮ ਦੇ ਵਿੱਚ ਕੁਝ ਕੁਆਲਿਟੀਜ਼ ਹਨ ਜਿਨ੍ਹਾਂ ਨਾਲ ਸਾਡਾ ਜੀਵਨ ਪਰਿਵਰਤਿਤ ਹੋ ਜਾਂਦਾ ਹੈ। ਨਾਮ ਦੇ ਵਿੱਚ ਇੱਕ ਆਨੰਦ ਹੈ, ਨਾਮ ਦੇ ਵਿੱਚ ਇਕਾਗਰਤਾ ਹੈ, ਇੱਕ ਇੰਟੈਂਸਿਟੀ ਹੈ, ਇੱਕ ਗਹਿਨ ਐਕਸਪੀਰੀਅੰਸ ਹੈ, ਇੱਕ ਪ੍ਰੇਮ ਦਾ ਸੋਮਾ ਹੈ ਜਿਹੜਾ ਮੈਨੂੰ ਹੋਰ ਕਿਧਰੇ ਨਹੀਂ ਮਿਲ ਸਕਦਾ। ਇੱਕ ਵਹਿੰਦਾ ਦਰਿਆ ਹੈ ਆਨੰਦ ਦਾ, ਅੰਮ੍ਰਿਤ ਦਾ, ਜਿਹਦੇ ਵਿੱਚ ਡੁਬਕੀ ਮਾਰ ਕੇ ਮੈਂ ਨਿਹਾਲ ਹੋ ਜਾਂਦਾ ਹਾਂ, ਮੈਂ ਆਪੋ ਆਪਣੇ ਤੋਂ ਬਾਹਰ ਹੋ ਜਾਂਦਾ ਹਾਂ। ਇਹੋ ਜਿਹੀ ਅਵਸਥਾ ਵਿੱਚ ਉਡਾਰੀ ਮਾਰਦਾ ਹਾਂ ਜਿੱਥੇ ਮੇਰਾ ਮਨ ਨਿਹਾਲ ਹੋ ਜਾਂਦਾ ਹੈ। ਇਹ ਆਜ਼ਾਦੀ ਦੀ ਅਵਸਥਾ ਹੈ ਮਨ ਦੀ। ਜਦੋਂ ਮਨ ਹੁਣ ਹੰਕਾਰ ਦੇ ਆਧਾਰ 'ਤੇ ਨਹੀਂ, ਨਾਮ ਦੀ ਸੰਗਤ ਵਿੱਚ ਲੀਨ ਹੋ ਕੇ ਆਨੰਦ ਦੇ ਦਰਸ਼ਨ ਵਿੱਚ ਬੈਠਾ ਹੈ। ਇਹ ਹੁਣ ਟੁਰਦੇ ਫਿਰਦੇ ਵੀ ਦਰਸ਼ਨ ਨੇ, ਬੈਠੇ ਵੀ ਦਰਸ਼ਨ ਨੇ, ਦਿਨ ਰਾਤ ਦਰਸ਼ਨ ਨੇ। ਜਦੋਂ ਥੋੜ੍ਹੀ ਜਿਹੀ ਡੁਬਕੀ ਮਾਰੇ ਤਾਂ ਗੁਰਮੁਖ ਨੂੰ ਇਹ ਦਰਸ਼ਨ ਹਾਜ਼ਰ ਹੋ ਜਾਂਦੇ ਹਨ। ਤਾਂ ਸਾਹਿਬ ਸਾਨੂੰ ਦੱਸਦੇ ਹਨ, ਮੰਨੈ ਪਾਵੇ ਮੋਖ ਦੁਆਰ। ਇਹ ਦੁਆਰ ਨੂੰ ਅਸੀਂ ਦੁਆਰ ਵੀ ਗਿਣ ਸਕਦੇ ਹਾਂ ਔਰ ਇਸ ਨੂੰ ਇੱਕ ਅਵਸਥਾ ਵੀ ਗਿਣ ਸਕਦੇ ਹਾਂ ਕਿ ਮੋਕਸ਼ ਮਿਲ ਗਿਆ ਤਾਂ ਦਰ ਮਿਲ ਗਿਆ। ਇੱਕ ਤਾਂ ਇਹ ਤਰੀਕਾ ਹੈ ਸਮਝਣ ਦਾ। ਇੱਕ ਤਰੀਕਾ ਹੈ ਦੁਆਰ। ਜਦੋਂ ਮੈਂ ਆਪ ਨੂੰ ਇਸ਼ਾਰਤਨ ਗੱਲ ਕੀਤੀ, ਦਸਮ ਦੁਆਰ, ਅਤੇ ਦਸਵੇਂ ਦੁਆਰ ਦੀ ਗੱਲ ਬਾਰ-ਬਾਰ ਗੁਰਬਾਣੀ ਵਿੱਚ ਕਈ ਰੂਪਾਂ ਵਿੱਚ ਆਈ ਹੈ। ਅਸਮਾਨ ਦੀ ਗੱਲ ਕਰਕੇ ਆਈ ਹੈ ਤਾਂ ਵੀ ਦਸਮ ਦੁਆਰ ਦਾ ਇਸ਼ਾਰਾ ਹੈ। ਥਿਰਗਰ ਬੈਸੋ ਦੀ ਆਈ ਹੈ ਤਾਂ ਵੀ ਦਸਮ ਦੁਆਰ ਦਾ ਇਸ਼ਾਰਾ ਹੈ। ਦਸਮ ਦੁਆਰ ਇੱਕ ਐਕਸਪੀਰੀਅੰਸ ਹੈ, ਇੱਕ ਐਸੋਟੈਰਿਕ ਐਕਸਪੀਰੀਅੰਸ ਹੈ। ਜੀਵਨ ਦੇ ਵਿੱਚ ਹੁੰਦੇ ਹੋਏ ਇਸ ਦੇ ਐਕਸਪੀਰੀਅੰਸ ਨੂੰ ਜਾਣਿਆ ਜਾ ਸਕਦਾ ਹੈ ਬਾਣੀ ਦੇ ਸੰਗਤ ਰਾਹੀਂ। ਬਾਣੀ ਦੇ ਵਿੱਚ ਲੀਨ ਹੋ ਕਰਕੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡਾ ਵਰਨਾ ਕੋਈ। ਤਾਂ ਨਿਰੰਕਾਰ ਰੂਪੀ ਹੈ ਬਾਣੀ, ਸਾਨੂੰ ਉਸ ਅਵਸਥਾ ਵਿੱਚ ਲੈ ਜਾਂਦੀ ਹੈ ਜਿੱਥੇ ਅਸਲ ਰੂਪ ਵਿੱਚ ਆਜ਼ਾਦੀ ਹੈ, ਜਿੱਥੇ ਮੈਂ ਸਰੀਰ ਤੋਂ ਔਰ ਇਸ ਪਦਾਰਥਵਾਦ ਜੀਵਨ ਤੋਂ ਟੁੱਟ ਜਾਂਦਾ ਹਾਂ। ਗੱਲ ਕੀ ਹੈ ਕਿ ਜਦੋਂ ਮੈਨੂੰ ਨਾਮ ਦੇ ਦਰਸ਼ਨ ਹੁੰਦੇ ਹਨ, ਜਦੋਂ ਮੈਂ ਨਾਮ ਦੇ ਵਿੱਚ ਲੀਨ ਹੋ ਕੇ ਉਹਦੇ ਪ੍ਰੇਮ ਵਿੱਚ ਬੈਠਦਾ ਹਾਂ, ਤਾਂ ਮੈਨੂੰ ਉੱਥੋਂ ਜੋ ਦਾਤ ਮਿਲਦੀ ਹੈ ਉਹ ਦੁਨਿਆਵੀ ਪੱਧਰ 'ਤੇ ਜਿਹੜੇ ਸੁੱਖ ਦੁੱਖ ਨੇ ਉਹਨਾਂ ਦੀ ਕਿਧਰੇ ਉਹਨਾਂ ਤੋਂ ਕहीं ਕਿੱਥੇ ਜ਼ਿਆਦਾ ਇੰਟੈਂਸ ਹੈ। ਇਹ ਮੈਨੂੰ ਸਮਝਾਇਆ, ਜੋ ਦੱਸਿਆ ਮੈਨੂੰ ਗਿਆਨ ਨਹੀਂ ਹੈ। ਜੋ ਇੰਟੈਂਸਿਟੀ ਮੈਨੂੰ ਆਨੰਦ ਦੀ ਪ੍ਰਾਪਤੀ ਦੀ ਮਿਲਦੀ ਹੈ ਉਹ ਦੁਨਿਆਵੀ ਸੁੱਖ ਔਰ ਦੁੱਖ ਤੋਂ ਕਿਤੇ ਜ਼ਿਆਦਾ ਹੈ। ਇਸ ਕਰਕੇ ਇਹੋ ਜਿਹੇ ਐਕਸਪੀਰੀਅੰਸ ਦੇ ਵਿੱਚ ਜਦੋਂ ਮਨ ਦੀ ਸੁਰਤ ਲੀਨ ਹੋ ਜਾਂਦੀ ਹੈ ਤਾਂ ਦੁਨਿਆਵੀ ਸੁੱਖ ਔਰ ਦੁੱਖ ਤੋਂ ਫਿਰ ਟੁੱਟ ਜਾਂਦਾ ਹੈ। ਫਿਰ ਉਹਨੂੰ ਲੋੜ ਨਹੀਂ ਪੈਂਦੀ। ਉਹਨਾਂ ਸੁੱਖ ਔਰ ਦੁੱਖਾਂ ਦੇ ਵਿੱਚ ਵਿਚਰਦੇ ਹੋਏ, ਉਹਨਾਂ ਐਕਸਪੀਰੀਅੰਸ ਦੇ ਵਿੱਚ ਚੱਲਦੇ ਹੋਏ ਜੋ ਸੁੱਖ ਮਿਲਦੇ ਹਨ ਉਹ ਫਿੱਕੇ ਜਿਹੇ ਪੈ ਜਾਂਦੇ ਨੇ।
ਕਿਉਂਕਿ ਉਹ ਕੰਪਲੀਟਨੈਸ ਵਿੱਚ ਨਹੀਂ ਹਨ, ਦੁਐਤ ਵਿੱਚ ਚੱਲ ਰਹੇ ਹਨ। ਉਹ ਅਸੀਂ ਪਹਿਲੇ ਗੱਲ ਵਿਚਾਰ ਚੁੱਕੇ ਹਾਂ, ਦੁਐਤ ਕਿਵੇਂ ਹੈ, ਡਿਵਾਈਡਡ ਮਾਈਂਡ ਕਿਵੇਂ ਹੈ। ਤਾਂ ਇਕਾਗਰ ਮਨ ਦੀ, ਇਸ ਮਨ ਦੀ ਅਵਸਥਾ ਵਿੱਚ ਜਦੋਂ ਸੁਰਤ ਇਕਾਗਰ ਹੋ ਕੇ ਨਾਮ ਵਿੱਚ ਲੀਨ ਹੁੰਦੀ ਹੈ ਮਹਾਰਾਜ, ਤਾਂ ਸੱਤ ਸਾਡੇ ਨਾਲ ਹਾਜ਼ਰ ਹੁੰਦਾ ਹੈ, ਇੱਕ ਹਜ਼ੂਰੀ ਜੀਵਨ ਵਿੱਚ ਆ ਜਾਂਦੀ ਹੈ। ਔਰ ਜਦੋਂ ਇਹ ਹਜ਼ੂਰੀ ਇੰਟੈਂਸ ਹੋ ਜਾਏ, ਹੋਰ ਗਹਿਨ ਹੋ ਜਾਏ, ਤਾਂ ਜੋ ਸਮਝ ਆਉਂਦੀ ਹੈ ਬਾਣੀ ਤੋਂ ਕਿ ਫਿਰ ਸਰੀਰ ਤੋਂ ਵੀ ਵਧੇ ਹੋ ਜਾਂਦਾ ਹੈ। ਸਰੀਰ ਫਿਰ ਆਧਾਰ ਨਹੀਂ ਰਹਿ ਜਾਂਦਾ, ਪਦਾਰਥਵਾਦ ਵੀ ਟੁੱਟ ਜਾਂਦਾ ਹੈ। ਜਿਵੇਂ ਮਨ ਸੂਖਮ ਹੁੰਦਾ ਜਾਏ ਤਾਂ ਗ੍ਰੋਸ ਤੋਂ ਟੁੱਟਦਾ ਜਾਏਗਾ। ਤਾਂ ਮੈਟਰ ਜਿਹੜਾ ਹੈ, ਅਗਰ ਇਸ ਤਰ੍ਹਾਂ ਵਿਚਾਰੀਏ ਤੇ ਗ੍ਰੋਸ ਫਾਰਮ ਆਫ ਸਪਿਰਿਟ ਮੈਟਰ ਹੈ। ਜਿਵੇਂ ਲਾਈਟ ਔਰ ਡਾਰਕਨੈਸ ਦਾ ਰਿਲੇਸ਼ਨਸ਼ਿਪ ਅਸੀਂ ਜਾਣੀਏ ਤਾਂ ਜਦੋਂ ਲਾਈਟ ਘਟਦੀ ਜਾਏਗੀ ਤਾਂ ਹਨੇਰਾ ਵੱਧਦਾ ਜਾਏਗਾ। ਜਦੋਂ ਲਾਈਟ ਬਿਲਕੁਲ ਘਟ ਜਾਏਗੀ, ਨਾ ਦੇ ਬਰਾਬਰ ਹੋ ਜਾਏਗੀ, ਤਾਂ ਹਨੇਰਾ ਬਿਲਕੁਲ ਗਹਿਨ ਹੋ ਜਾਏਗਾ। ਇਸ ਤਰ੍ਹਾਂ ਲਾਈਟ, ਚਾਨਣ ਔਰ ਹਨੇਰੇ ਦਾ ਇੱਕ ਰਿਲੇਸ਼ਨਸ਼ਿਪ ਹੈ। ਇਹ ਦੋਨੋਂ ਇੱਕੋ ਚੀਜ਼ਾਂ ਦੇ ਦੋ ਪੱਖ ਨੇ, ਦੋਨਾਂ ਇੱਕੋ ਚੀਜ਼ਾਂ ਦੇ ਪੱਖ ਨੇ। ਇਸੇ ਤਰ੍ਹਾਂ ਜਦੋਂ ਸਪਿਰਿਟ, ਜਾਂ ਇਸ ਨੂੰ ਕਹੀਏ ਅਧਿਆਤਮਕ ਰੂਪ ਤੇ ਨਿਰੰਕਾਰ ਅਸੀਂ ਜਾਣਿਆ ਹੈ, ਤਾਂ ਉਹਦਾ ਗ੍ਰੋਸ ਫਾਰਮ ਮੈਟਰ ਹੈ, ਉਹਦਾ ਸਟਲ ਫਾਰਮ ਆਤਮਾ ਹੈ। ਅਸੀਂ ਵਿਚਾਰਿਆ ਆਤਮਾ ਮਨ ਦਾ ਇੱਕ ਹਿੱਸਾ ਹੈ, ਮਨ ਵੀ ਆਤਮਾ ਨਾਲ ਜੁੜਿਆ ਹੈ। ਜੋ ਕਮਾਏਗਾ, ਨਾਮ ਕਮਾ ਕੇ ਆਤਮ ਦੇ ਦਰਸ਼ਨ ਕਰੇਗਾ, ਉਹ ਸਤ ਦੇ ਦਰਸ਼ਨ ਪਾ ਲਏਗਾ। ਉਹ ਨਿਰੰਕਾਰ ਰੂਪੀ ਪੂਰੇ ਬ੍ਰਹਮੰਡ ਦੇ ਦਰਸ਼ਨ ਪਾ ਲਏਗਾ। ਸਾਹਿਬ ਸਾਨੂੰ ਇਹ ਦੱਸਦੇ ਨੇ। ਮਹਾਰਾਜ ਨੇ ਜਪਜੀ ਸਾਹਿਬ ਵਿੱਚ ਖੋਲ੍ਹੇ ਵੀ ਨੇ, ਅੱਗੇ ਚੱਲ ਕੇ ਪੌੜੀਆਂ ਵਿੱਚ ਦੱਸਿਆ ਵੀ ਹੈ। ਗੱਲ ਕੀ ਹੈ ਕਿ ਮਨ ਦੀ ਅਵਸਥਾ ਜਿਹੜੀ ਮੋਕਸ਼ ਦੀ ਹੈ, ਜਦੋਂ ਮੈਂ ਆਜ਼ਾਦ ਹਾਂ। ਆਜ਼ਾਦ ਮੈਂ ਕਿਵੇਂ ਹਾਂ ਕਿ ਮੇਰੇ ਕੋਲ ਉਹ ਆਨੰਦ ਹੈ ਜਿਸ 'ਤੇ ਕੋਈ ਕਿਸੇ ਹੋਰ ਦਾ ਕੰਟਰੋਲ ਨਹੀਂ ਹੈ। ਉਸ ਆਨੰਦ ਨੂੰ ਮੇਰੇ ਤੋਂ ਕੋਈ ਲੈ ਨਹੀਂ ਸਕਦਾ, ਔਰ ਉਹ ਟ੍ਰਾਂਜ਼ੀਐਂਟ ਨਹੀਂ ਹੈ, ਪਰਮਾਨੈਂਟ ਹੈ। ਯਾਨੀ ਮਤਲਬ ਉਹ ਟੈਂਪਰਰੀ ਨਹੀਂ ਹੈ। ਉਹ ਕਿਸੇ ਚੀਜ਼, ਵਸਤੂ ਜਾਂ ਸਮੇਂ ਨਾਲ ਜਾਂ ਸਥਾਨ ਨਾਲ ਰਿਲੇਸ਼ਨ ਨਹੀਂ ਰੱਖਦਾ ਹੈ। ਉਹ ਹੁਣ ਸਦਾ ਹੀ ਹਾਜ਼ਰ ਹੈ ਮਨ ਦੀ ਅੰਤਰ ਦੀ ਅਵਸਥਾ ਵਿੱਚ। ਉਹਨੂੰ ਜਦ ਤੱਕ ਮੇਰਾ ਸਰੀਰ ਰਹੇਗਾ, ਉਹਦੀ ਕਮਾਈ ਤਾਂ ਮੈਂ ਕਰਦਾ ਰਹਾਂਗਾ। ਔਰ ਇਸ ਕਰਕੇ ਅਗਰ ਸਰੀਰ ਵਿੱਚ ਵਿਘਨ ਆਉਣਗੇ ਤਾਂ ਹੋ ਸਕਦਾ ਹੈ ਮੈਂ ਉਸ ਵੇਲੇ ਟੈਂਪਰਰੀਲੀ ਧਿਆਨ ਨਾ ਵੀ ਕਰ ਸਕਾਂ। ਪਰ ਇਹ ਅਵਸਥਾ ਹੁਣ ਮਨ ਦੇ ਵਿੱਚ ਹਾਜ਼ਰ ਹੈ, ਇਹ ਹੁਣ ਕਿਧਰੇ ਨਹੀਂ ਜਾ ਸਕਦੀ, ਇਹਨੂੰ ਕੋਈ ਨਹੀਂ ਲੈ ਸਕਦਾ। ਇਹ ਮੰਨਣ ਕਰਨ ਵਾਲੇ ਦੀ ਅੰਤਰ ਮਨ ਦੀ ਅਵਸਥਾ ਦਾ ਬਿਆਨ ਮਹਾਰਾਜ ਕਰ ਰਹੇ ਹਨ। ਮੰਨਣ ਵਾਲੇ ਨੂੰ ਉਹ ਵਸਤੂ ਮਿਲ ਗਈ ਜਿਹੜੀ ਮੋਕਸ਼ ਔਰ ਮੁਕਤੀ, ਆਜ਼ਾਦੀ ਦੀ ਗੱਲ ਹੈ, ਕਿ ਮਨ ਦੇ ਵਿੱਚ ਹੁਣ ਆਨੰਦ ਦੀ ਵਰਖਾ ਹੋ ਗਈ ਹੈ। ਉਹਦੇ ਨਾਲ ਇੱਕ ਦੁਆਰ ਖੁੱਲ੍ਹ ਗਿਆ ਹੈ, ਜਿਹੜਾ ਸੀਮਤ ਜੀਵਨ, ਡਿਫਾਈਨਡ ਔਰ ਕੰਟਰੋਲਡ ਜੀਵਨ ਤੋਂ ਪਰੇ ਇਨਫਾਈਨਾਈਟ ਜੀਵਨ ਵੱਲ ਲੈ ਜਾਂਦਾ ਹੈ। ਮਤਲਬ ਜਦੋਂ ਮੈਨੂੰ ਕੋਈ ਰੋਕ ਨਹੀਂ ਹੈ। ਜਿਵੇਂ ਭਗਤ ਰਵਿਦਾਸ ਦਾ ਉਹ ਸ਼ਬਦ ਮੈਂ ਬਾਰ-ਬਾਰ ਉਸੇ ਵੱਲ ਜਾਂਦਾ ਹਾਂ, ਅਬ ਮੋਹੇ ਖੂਬ ਵਤਨ ਗਏ ਪਾਈ, ਉਹਾਂ ਖੈਰ ਸਦਾ ਮੇਰੇ ਪਾਈ। ਬੇਗਮਪੁਰਾ ਸ਼ਹਿਰ ਕੋ ਨਾਓ, ਦੁਖ ਅੰਧੋ ਨਹੀਂ ਹੈ ਥਾਓ। ਨਾ ਤਸਵੀਸ ਖਿਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰ ਜ਼ਵਾਲ। ਮਹਾਰਾਜ ਨੇ ਇਸ ਸ਼ਬਦ ਵਿੱਚ ਬਹੁਤ ਖੁੱਲ੍ਹ ਕੇ ਬਿਆਨ ਕੀਤੇ ਨੇ, ਕਿਵੇਂ ਮਨ ਆਜ਼ਾਦ ਹੋ ਗਿਆ ਹੈ, ਕਿਵੇਂ ਹੁਣ ਦੁੱਖ ਨਹੀਂ ਰਿਹਾ, ਐਂਗਜ਼ਾਇਟੀ ਨਹੀਂ ਰਹੀ, ਪਰੇਸ਼ਾਨੀ ਨਹੀਂ ਰਹੀ, ਗਲਤੀ ਵੀ ਨਹੀਂ ਰਹੀ। ਕਿਵੇਂ ਮਨ ਦੀ ਹੁਣ ਇਸ ਅਵਸਥਾ ਵਿੱਚ ਕੋਈ ਰੋਕ ਵੀ ਨਹੀਂ ਹੈ। ਕਿਰਪਾ ਔਰ ਨਦਰ ਦੀ ਇਸ ਦੁਨੀਆ ਵਿੱਚ ਜਿੱਥੇ ਬੇਗਮਪੁਰਾ ਦੀ ਗੱਲ ਸਾਹਿਬ ਕਰਦੇ ਨੇ, ਉੱਥੇ ਕੋਈ ਨਦਰ ਤੇ ਰੋਕ ਵੀ ਨਹੀਂ ਰੱਖ ਸਕਦਾ, ਕਿਉਂਕਿ ਹੁਣ ਸੁਰਤ ਜਿਹੜੀ ਹੈ ਨਿਰੰਕਾਰ ਨਾਲ ਜੁੜ ਗਈ ਹੈ, ਔਰ ਮੇਰਾ ਹੰਕਾਰ ਟੁੱਟ ਕੇ ਉਹਦੇ ਵਿੱਚ ਵਿਘਨ ਨਹੀਂ ਪਾ ਸਕਦਾ। ਹੁਣ
ਜੀਵਨ ਵਿੱਚ ਹੰਕਾਰ ਹੀ ਵਿਘਨ ਬਣਦਾ ਹੈ। ਅਸੀਂ ਦੂਸਰਿਆਂ ਨੂੰ ਕਾਰਨ ਦਿੰਦੇ ਹਾਂ, ਦੂਸਰਿਆਂ ਵੱਲ ਦੇਖਦੇ ਹਾਂ, ਪਰ ਜੀਵਨ ਦੇ ਸਾਰੇ ਐਕਸਪੀਰੀਐਂਸਿਸ ਮੇਰੇ ਹੰਕਾਰ ਦੇ ਜ਼ਰੀਏ ਹੀ ਹਨ। ਕੋਈ ਦੂਸਰਾ ਵੀ ਜੋ ਹੈ ਉਹ ਮੇਰੇ ਹੰਕਾਰ ਦੇ ਨਾਲ ਹੀ ਰਿਲੇਸ਼ਨ ਰੱਖਦਾ ਹੈ, ਮੇਰੀ ਆਈਡੈਂਟੀਟੀ ਦੇ ਨਾਲ ਹੀ ਜੁੜਿਆ ਹੋਇਆ ਹੈ, ਮੇਰੀ ਈਗੋ ਦੇ ਨਾਲ ਹੀ ਜੁੜਿਆ ਹੋਇਆ ਹੈ। ਜਦੋਂ ਕੋਈ ਵੀ ਵਿਘਨ ਮੇਰੇ ਜੀਵਨ ਵਿੱਚ ਆਉਂਦਾ ਹੈ, ਉਹ ਦਰਅਸਲ ਮੇਰੇ ਆਪਣੇ ਅੰਤਰ ਮਨ ਦੇ ਹੰਕਾਰ ਦਾ ਪ੍ਰਤੀਬਿੰਬ ਹੀ ਜੀਵਨ ਵਿੱਚ ਪੈ ਰਿਹਾ ਹੈ। ਮੈਂ ਉਹਨੂੰ ਬਾਹਰ ਦਾ ਵਿਘਨ ਕਹਿ ਸਕਦਾ ਹਾਂ। ਮੈਂ ਕਹਿ ਸਕਦਾ ਹਾਂ ਕਿ ਇਹ ਕਿਸੇ ਹੋਰ ਨੇ ਮੇਰੇ ਜੀਵਨ ਵਿੱਚ ਕੀਤਾ ਹੈ, ਪਰ ਗੱਲ ਹੋਰ ਦੀ ਵੀ, ਜਿਹੜੀ ਦੂਸਰੇ ਦੀ ਵੀ ਗੱਲ ਹੈ, ਉਹ ਮੇਰੀ ਆਈਡੈਂਟੀਟੀ ਦੇ ਥਰੂ ਹੀ ਮੇਰੇ ਨਾਲ ਰਿਲੇਟ ਕਰ ਰਹੀ ਹੈ। ਇਸ ਕਰਕੇ ਉਹ ਮੇਰੇ ਆਪਣੇ ਅੰਤਰ ਮਨ ਦੀ ਅਵਸਥਾ ਦਾ ਹੀ ਵਿਘਨ ਮੇਰੇ ਕੋਲ ਪ੍ਰਗਟ ਹੁੰਦੇ ਹਨ। ਔਰ ਇਹਨਾਂ ਨੂੰ ਦੂਰ ਕਿਵੇਂ ਕਰਨਾ ਹੈ? ਨਾਮ ਦੇ ਵੱਲ। ਅਸੀਂ ਅਖੀਰਲੀ ਪੌੜੀ ਨੂੰ ਥੋੜ੍ਹਾ ਅੱਜ ਖੁੱਲ੍ਹ ਕੇ ਵਿਚਾਰਾਂਗੇ, ਕਿਉਂਕਿ ਇਸ ਨੂੰ ਜਾਣਨਾ ਵੀ ਜ਼ਰੂਰੀ ਹੈ ਕਿ ਕਿਸ ਨੇ ਮਨ ਨੂੰ ਜਾਣਿਆ ਹੈ, ਕਿਸ ਨੇ ਮਨ ਦੀ ਅਵਸਥਾ ਨੂੰ ਜਾਣਿਆ ਹੈ, ਮਨ ਦੀ ਇਹਨਾਂ ਗਹਿਨ ਅਵਸਥਾ ਵਿੱਚ ਕਿਹੜਾ ਆਨੰਦ ਛਿਪਿਆ ਹੈ ਜਿਹੜਾ ਮੇਰੇ ਤੋਂ ਲੋਪ ਹੋ ਰਿਹਾ ਹੈ। ਮਹਾਰਾਜ, ਬਾਰ-ਬਾਰ ਚਾਹ ਕੇ ਵੀ ਮੈਂ ਦੁੱਖ ਔਰ ਸੁੱਖ ਦੇ ਵਿੱਚ ਵਿਚਰਦਾ ਰਹਿੰਦਾ ਵਾਂ, ਔਰ ਅੰਤਰ ਵੱਲ ਜਾ ਕੇ ਮੈਂ ਉਸ ਪ੍ਰਾਪਤੀ ਵੱਲ ਨਹੀਂ ਪ੍ਰਾਪਤ ਕਰ ਪਾ ਰਿਹਾ। ਇਹੀ ਕਿਰਪਾ ਅਗਰ ਨਦਰ ਮਹਾਰਾਜ ਸਾਡੇ 'ਤੇ ਕਰ ਦੇਣ, ਸਾਨੂੰ ਉਹ ਦੁਆਰ ਖੁੱਲ੍ਹ ਜਾਣ ਜਿਨ੍ਹਾਂ ਨਾਲ ਉਹ ਐਕਸਪੀਰੀਐਂਸਿਸ ਹੋ ਜਾਣ। ਜੇ ਆਪ ਇਸ ਤਰ੍ਹਾਂ ਵਿਚਾਰੋ ਤਾਂ ਦੋ ਪਲੇਜਰ ਔਰ ਹੈਪੀਨੈਸ ਦੇ ਦੋ ਹਾਰਮੋਨਸ ਨੇ, ਐਨਜ਼ਾਈਮਸ ਨੇ ਸਰੀਰ ਦੇ ਅੰਦਰ, ਇੱਕ ਸੈਰੋਟੋਨਿਨ, ਇੱਕ ਡੋਪਾਮੀਨ। ਜਿਹਨੂੰ ਪਾਰਕਿੰਸਨ ਡਿਜ਼ੀਜ਼ ਹੁੰਦਾ ਹੈ, ਉਹਨੂੰ ਡੋਪਾਮੀਨ ਦੀ ਘਾਟ ਹੁੰਦੀ ਹੈ, ਤਾਂ ਉਹ ਡੋਪਾਮੀਨ ਦੀ ਇੱਕ ਗੋਲੀ ਦਿੰਦੇ ਆ ਫਿਰ ਉਹਨੂੰ ਪੂਰੀ ਕਰਨ ਵਾਸਤੇ, ਤਾਂ ਕਿ ਫੀਲ ਗੁੱਡ ਫੈਕਟਰ ਜੀਵਨ ਵਿੱਚ ਦੁਬਾਰਾ ਰਹੇ। ਨਹੀਂ ਤਾਂ ਮਨ ਬੜੀ ਢਹਿੰਦੀ ਕਲਾ ਵਿੱਚ ਚਲਾ ਜਾਂਦਾ ਹੈ। ਨਾਮ ਦੇ ਐਕਸਪੀਰੀਐਂਸਿਸ ਵਿੱਚ ਮੈਨੂੰ ਲੱਗਦਾ ਹੈ, ਮੈਂ ਤਾਂ ਰਿਸਰਚ ਨਹੀਂ ਕੀਤੀ ਹੈ, ਪਰ ਲੱਗਦਾ ਇਹ ਹੈ ਕਿ ਡੋਪਾਮੀਨ ਔਰ ਸੈਰੋਟੋਨਿਨ, ਇਹਨਾਂ ਦਾ ਰਿਲੇਸ਼ਨਸ਼ਿਪ ਨਾਮ ਦੇ ਨਾਲ ਬਹੁਤ ਗਹਿਨ ਹੈ। ਕੋਈ ਅਗਰ ਬਾਇਓ ਫੀਡਬੈਕ ਕਰਕੇ ਸਟੱਡੀ ਕਰੇ ਤਾਂ ਮੈਨੂੰ ਜ਼ਰੂਰ ਲੱਗਦਾ ਹੈ ਕਿ ਇਹ ਹਾਜ਼ਰ ਨਜ਼ਰ ਆਉਣਗੇ ਕਿ ਇਹਨਾਂ ਵਿੱਚ ਜਿਹੜੇ ਆਨੰਦ ਮਨ ਵਿੱਚ ਖੇੜੇ ਵਿੱਚ ਆ ਰਿਹਾ ਹੈ, ਉਹ ਇਹਨਾਂ ਨਾਲ ਰਿਲੇਸ਼ਨ ਜ਼ਰੂਰ ਰੱਖਦਾ ਹੈ। ਮਹਾਰਾਜ ਕਹਿੰਦੇ ਨੇ, ਮੰਨੇ ਪਾਵੇ ਮੋਖ ਦੁਆਰ। ਮੁਕਤੀ ਦਾ ਦੁਆਰ ਜੀਂਦੇ ਜੀ ਮਿਲ ਗਿਆ। ਮੈਂ ਆਪਣੇ ਹੰਕਾਰ ਤੋਂ ਆਜ਼ਾਦ ਹੋ ਗਿਆ, ਹੰਕਾਰ ਦੇ ਨਾਲ ਜੁੜੇ ਸਭ ਕਰਮ ਨਾਲ ਵੀ ਆਜ਼ਾਦ ਹੋ ਗਿਆ। ਤਾਂ ਨਦਰ ਦੀ ਕਿਰਪਾ ਹੋ ਗਈ, ਆਨੰਦ ਦੀ ਬਰਖਾ ਜੀਵਨ ਵਿੱਚ ਆ ਗਈ, ਇੱਕ ਦੁਆਰ ਮਿਲ ਗਿਆ ਸੀਮਤ ਜੀਵਨ ਤੋਂ ਅਸੀਮ ਜੀਵਨ ਵਿੱਚ ਜਾਣ ਵਾਸਤੇ। ਉੱਥੇ ਜਾਣ ਵਾਸਤੇ ਜਿੱਥੇ ਸਦਾ ਵਿਕਾਸ ਹੈ, ਉੱਥੇ ਜੀਣ ਵਾਸਤੇ ਜਿੱਥੇ ਸੁਰਤ ਆਜ਼ਾਦ ਹੈ, ਉੱਥੇ ਜੀਣ ਵਾਸਤੇ ਜਿੱਥੇ ਆਲ ਪੋਸੀਬਿਲਿਟੀਜ਼ ਨੇ। ਇਸ ਜੀਵਨ ਵਿੱਚ ਲਿਮਿਟਿਡ ਪੋਸੀਬਿਲਿਟੀਜ਼ ਹਨ, ਉੱਥੇ ਆਲ ਪੋਸੀਬਿਲਿਟੀਜ਼ ਹੈ। ਤਾਂ ਮਹਾਰਾਜ ਕਹਿੰਦੇ, ਜਿਵ ਜਿਵ ਹੁਕਮ ਤਿਵੇਂ ਤਿਵ ਕਾਰ, ਕਿ ਜਿਵੇਂ ਹੁਕਮ ਹੋਏਗਾ ਤਿਵੇਂ ਕਾਰ ਚਲਦੀ ਜਾਏਗੀ। ਹੁਕਮ ਔਰ ਮੇਰੇ ਮਨ ਦੇ ਵਿੱਚ ਹੁਣ ਭੇਦ ਨਹੀਂ ਰਹਿ ਗਿਆ। ਮਹਾਰਾਜ ਦੱਸਦੇ ਨੇ, ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੇ ਸਾਧਾਰ। ਪਰਿਵਾਰ ਦੀ ਡੈਫੀਨੇਸ਼ਨ ਕਈ ਗੁਰਮੁਖ ਇਸ ਤਰ੍ਹਾਂ ਕਰਦੇ ਨੇ ਕਿ 5 ਗਿਆਨ ਇੰਦਰੀਆਂ, 10 ਇੰਦਰੀਆਂ ਟੋਟਲ ਬਣਦੀਆਂ ਨੇ, ਇਹ ਪਰਿਵਾਰ ਹੈ। ਹੋ ਸਕਦਾ ਹੈ ਇੱਕ ਤਰੀਕਾ ਹੋਏ ਦੇਖਣ ਦਾ, ਪਰ ਮੈਨੂੰ ਲੱਗਦਾ ਹੈ ਕਿ ਭਗਤ ਰਵਿਦਾਸ ਦੀ ਉਸ ਗੱਲ ਦੀ ਮੈਂ ਉਹਨਾਂ ਦੀ ਉਹ ਪੰਕਤੀ ਦੇ ਸਹਾਰਾ ਲਵਾਂਗਾ ਜਿੱਥੇ ਮਹਾਰਾਜ ਕਹਿੰਦੇ ਨੇ, ਜੋ ਹਮ ਸ਼ਹਿਰੀ ਸੋ ਮੀਤ ਹਮਾਰਾ। ਨਾਮ ਜਪਣ ਵਾਲਿਆਂ ਦਾ ਆਪਣਾ ਪਰਿਵਾਰ ਹੈ ਜੋ ਨਾਮ ਜਪਦਾ ਹੈ। ਨਾਮ ਜਪਣ ਵਾਲਿਆਂ ਦੀ ਆਪਣੀ ਸੰਗਤ ਹੈ। ਨਾਮ ਜਪਣ ਵਾਲਿਆਂ ਦਾ ਇੱਕ ਸੀਮਲੈਸ ਰਿਲੇਸ਼ਨਸ਼ਿਪ ਹੋ ਜਾਂਦਾ ਹੈ। ਇਹ ਨਾਮ ਜਪਣ ਵਾਲਿਆਂ ਦਾ ਇੱਕ ਪਰਿਵਾਰ ਹੋ ਜਾਂਦਾ ਹੈ। ਜਿਵੇਂ ਗੁਰੂ ਔਰ ਸਿੱਖ ਦਾ ਇੱਕ ਪਰਿਵਾਰ ਹੈ,
ਹੁਣ ਇਹ ਕਈ ਖੂਨ ਦੇ ਰਿਸ਼ਤਿਆਂ ਤੋਂ ਵੀ ਜ਼ਿਆਦਾ ਗਹਿਨ ਹੈ। ਮੈਨੂੰ ਇਹ ਲੱਗਦਾ ਹੈ ਕਿ ਇਹ ਪਰਿਵਾਰ ਸ਼ਬਦ ਨੂੰ ਅਸੀਂ 3 ਤਰ੍ਹਾਂ ਦੇਖ ਸਕਦੇ ਹਾਂ। ਨਾਮ ਜਪਣ ਵਾਲਾ ਜਿਹੜਾ ਜੀਂਦਾ ਹੈ, ਉਹ ਨਾਮ ਨੂੰ ਜੀਂਦੇ ਜੀ ਨਾਮ ਦੇ ਜੀਵਨ ਵਿੱਚ ਆਪਣੇ ਆਪ ਨੂੰ ਤਾਂ ਇੰਪੈਕਟ ਕਰਦਾ ਹੀ ਹੈ। ਜਦੋਂ ਮੈਂ ਆਪਣੇ ਮਨ ਨੂੰ ਆਨੰਦ ਵਿੱਚ ਅਗਰ ਦਰਸ਼ਨ ਕਰ ਲੈਂਦਾ ਮਨ ਦੇ, ਤਾਂ ਮੇਰਾ ਜੀਵਨ ਬਦਲ ਜਾਂਦਾ ਹੈ। ਅਗਰ ਮੇਰਾ ਜੀਵਨ ਬਦਲੇਗਾ ਤਾਂ ਮੇਰੇ ਆਲੇ ਦੁਆਲੇ ਜੋ ਵੀ ਹਨ ਉਹਨਾਂ ਦਾ ਵੀ ਜੀਵਨ ਬਦਲੇਗਾ। ਇਹ ਕਿਤਨੀ ਡਿਗਰੀ ਤੱਕ ਬਦਲੇਗਾ, ਇਹ ਡਿਪੈਂਡ ਕਰਦਾ ਹੈ ਕਿ ਉਹਨਾਂ ਦਾ ਜੀਵਨ ਦਾ ਪਰਸਨਲ ਐਕਸਪੀਰੀਅੰਸ ਕਿਸ ਤਰ੍ਹਾਂ ਹੈ। ਪਰ ਜਦੋਂ ਮੈਂ ਜੜ ਨਾਲ ਜੁੜਿਆ ਹਾਂ ਤਾਂ ਪੇੜ ਦੀ ਹਰ ਟਹਿਣੀ ਨਾਲ ਜੁੜਿਆ ਹਾਂ, ਤਾਂ ਮੈਂ ਆਪਣੇ ਪਰਿਵਾਰ, ਜੋ ਮੇਰੇ ਆਲੇ ਦੁਆਲੇ ਪਰਿਵਾਰ ਹੈ, ਫਿਜ਼ੀਕਲ ਫੈਮਿਲੀ ਹੈ, ਉਸ ਦਾ ਵੀ ਮੈਂ ਸਾਧਾਰ ਬਣ ਜਾਂਦਾ। ਸਾਧਾਰ ਉਹਦੀ ਵੀ ਫਾਊਂਡੇਸ਼ਨ ਜਿਹੜੀ ਹੈ ਚੇਂਜ ਹੋਣੀ ਸ਼ੁਰੂ ਹੋ ਜਾਂਦੀ ਹੈ। ਨਾਮ ਜਪਣ ਨਾਲ ਮੇਰਾ ਆਪਣਾ ਮਨ ਔਰ ਮੇਰੇ ਆਲੇ ਦੁਆਲੇ ਵੀ ਇੰਪੈਕਟ ਹੋਏਗਾ। ਦੂਸਰਾ ਪਰਿਵਾਰ ਉਹ ਹੈ ਜਿਹੜਾ ਜਦੋਂ ਮੈਂ ਨਾਮ ਜਪਾਂਗਾ, ਸੰਗਤ ਮੇਰਾ ਪਰਿਵਾਰ ਬਣ ਜਾਏਗੀ। ਤਾਂ ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੇ ਸਾਧਾਰ। ਇਹ ਹੁਣ ਜੀਵਨ ਦਾ ਆਧਾਰ ਸੰਗਤ ਬਣ ਗਿਆ। ਹੁਣ ਜੀਵਨ ਦਾ ਆਧਾਰ ਨਾਮ ਬਣ ਗਿਆ। ਸੰਗਤ ਨਾਮ ਦਾ ਇੱਕ ਪ੍ਰਗਟਾਵਾ ਹੀ ਤੇ ਹੈ। ਜਿੱਥੇ ਮੈਂ ਬਹਿ ਕੇ ਨਾਮ ਜਪਦਾ ਵਾਂ, ਜਿੱਥੇ ਇੱਕੋ ਨਾਮ ਵਖਾਣੀ ਹੈ, ਉਹੀ ਤਾਂ ਸੰਗਤ ਹੈ। ਤਾਂ ਨਾਮ ਦੇ ਦਰਸ਼ਨ ਜਦੋਂ ਵੀ ਮੈਂ ਕਰਦਾ ਜਾਵਾਂਗਾ, ਉੱਥੇ ਮੇਰੀ ਸੰਗਤ ਹੈ। ਉਹਦੇ ਨਾਲ ਮੇਰਾ ਜੀਵਨ ਦਾ ਆਧਾਰ ਇੱਕ ਸਾਧਾਰ ਬਣ ਗਿਆ, ਸੱਚਾ ਆਧਾਰ ਬਣ ਗਿਆ। ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੇ ਸਾਧਾਰ। ਮੈਂ ਆਪਣੇ ਪਰਿਵਾਰ, ਆਪਣੇ ਮਨ ਦਾ ਵੀ ਆਧਾਰ ਬਦਲਿਆ, ਆਪਣੀ ਸੰਗਤ ਦਾ ਵੀ ਆਧਾਰ ਬਦਲਿਆ ਔਰ ਆਪਣੇ ਫਿਜ਼ੀਕਲ ਪਰਿਵਾਰ ਦਾ ਵੀ ਆਧਾਰ ਬਦਲਿਆ। ਨਾਮ ਨਾਲ ਸਰਬੱਤ ਦੇ ਭਲੇ ਦਾ ਕਾਰਜ ਹੁੰਦਾ ਹੈ। ਜਿੱਥੇ ਮੈਂ ਵੀ ਬਦਲਿਆ, ਮੇਰਾ ਆਲਾ ਦੁਆਲਾ ਵੀ ਬਦਲਿਆ। ਨਾਮ ਜਪਣ ਨਾਲ ਸਾਰਾ ਜੀਵਨ ਇੱਕ ਸੈਲੀਬ੍ਰੇਸ਼ਨ ਦੀ ਤਰ੍ਹਾਂ ਚੱਲਣ ਲੱਗ ਪੈਂਦਾ ਹੈ। ਜਿਵੇਂ ਜਦੋਂ ਮੈਂ ਖੇੜੇ ਵਿੱਚ ਆਇਆ, ਤਾਂ ਮੈਂ ਫਿਰ ਕਿਸੇ ਦੇ ਹੋਰ ਦੇ ਦੁੱਖ ਨੂੰ ਸੁੱਖ ਵਿੱਚ ਹੀ ਕਨਵਰਟ ਕਰਾਂਗਾ। ਦੁੱਖ ਹੋਰ ਵਧਾ ਨਹੀਂ ਸਕਦਾ। ਜੇ ਮੇਰਾ ਮਨ ਆਨੰਦਿਤ ਹੈ, ਤਾਂ ਮੈਂ ਜਿਹੜੀਆਂ ਮੁਸੀਬਤਾਂ ਮੇਰੇ ਆਲੇ ਦੁਆਲੇ ਹਨ, ਉਹਨਾਂ ਦਾ ਸਲਿਊਸ਼ਨ ਹੀ ਲੱਭਾਂਗਾ। ਉਹਨਾਂ ਤੋਂ ਡਿਸਅਪੋਇੰਟਮੈਂਟ ਹੋ ਕੇ ਉਹਨਾਂ ਤੋਂ ਭੱਜਾਂਗਾ ਨਹੀਂ, ਉਹਨਾਂ 'ਤੇ ਭਾਰ ਨਹੀਂ ਬਣ ਜਾਵਾਂਗਾ। ਕਿਉਂਕਿ ਮਨ ਹੁਣ ਐਨਰਜਾਈਜ਼ ਵੀ ਹੋ ਗਿਆ, ਇੱਕ ਸ਼ਕਤੀ ਵੀ ਆ ਗਈ, ਇੱਕ ਆਜ਼ਾਦੀ ਵੀ ਹੋ ਗਈ। ਤਾਂ ਮਹਾਰਾਜ ਕਹਿੰਦੇ ਨੇ, ਮੰਨੇ ਪਾਵੇ ਮੋਖ ਦੁਆਰ, ਮੰਨੇ ਪਰਵਾਰੇ ਸਾਧਾਰ। ਮੈਂ ਪਰਿਵਾਰ ਵੀ ਆਪਣਾ, ਪਰਿਵਾਰ ਦਾ ਆਧਾਰ ਬਦਲ ਦਿੱਤਾ, ਸੱਚਾ ਆਧਾਰ ਬਣਾ ਲਿਆ, ਨਾਮ ਬਣਾ ਲਿਆ ਆਧਾਰ। ਗੁਰੂ ਸਿੱਖ ਔਰ ਗੁਰਮਤ ਔਰ ਗੁਰੂ ਔਰ ਸਿੱਖ ਦਾ ਮਾਰਗ ਨਾਮ ਦੀ ਕਮਾਈ ਦਾ ਮਾਰਗ ਹੈ। ਜਿੱਥੇ ਗੁਰੂ ਸਿੱਖ ਨੂੰ ਜੋੜਦਾ ਹੈ ਨਾਮ ਨਾਲ। ਇੱਕ ਬੜੀ ਅੱਛੀ ਕਥਾ ਹੈ ਭਗਤ ਕਬੀਰ ਦੇ ਜੀਵਨ ਤੋਂ। ਇਹ ਮੰਨਿਆ ਜਾਂਦਾ ਹੈ ਕਿ ਉਹਨਾਂ ਨੇ ਰਾਮਾਨੰਦ ਨੂੰ ਵੈਸੇ ਕਦੇ ਨਹੀਂ ਮਿਲੇ, ਪਰ ਬਨਾਰਸ ਦੇ ਤੱਟ 'ਤੇ ਉਹ ਇੱਕ ਨਦੀ ਦੇ ਨਾਲ ਜਦੋਂ ਸੋ ਰਹੇ ਹਨ, ਗੰਗਾ ਦੇ ਤੱਟ 'ਤੇ, ਤਾਂ ਅੰਮ੍ਰਿਤ ਵੇਲੇ ਹਨੇਰੇ ਵਿੱਚ ਰਾਮਾਨੰਦ ਜੀ ਦਾ ਪੈਰ ਲੱਗਦਾ ਹੈ, ਠੁੱਡਾ ਲੱਗਦਾ ਹੈ ਭਗਤ ਕਬੀਰ ਨੂੰ, ਅਤੇ ਉਹ ਕਹਿੰਦੇ ਨੇ ਪ੍ਰੇਮ ਨਾਲ ਕਿ ਭਾਈ ਉੱਠ ਨਾਮ ਜਪਿਆ ਕਰ ਹੁਣ ਇਸ ਵੇਲੇ। ਤਾਂ ਕਥਾ ਇਹ ਕਹਿੰਦੀ ਹੈ
ਕਿ ਭਗਤ ਕਬੀਰ ਦਾ ਜੀਵਨ ਇਸ ਆਦੇਸ਼ ਤੋਂ ਬਦਲ ਗਿਆ, ਇੱਥੋਂ ਹੀ ਪਲਟ ਗਿਆ। ਇਸ ਰਾਮ ਦਾ ਨਾਮ ਜਪਣ ਦੀ ਗੱਲ ਜਦੋਂ ਰਾਮਾਨੰਦ ਨੇ ਕੀਤੀ, ਉਹ ਮਨ ਵਿੱਚ ਇਸ ਤਰ੍ਹਾਂ ਤੀਰ ਵਾਂਗ ਲੱਗੀ ਕਿ ਜੀਵਨ ਹੀ ਬਦਲ ਗਿਆ। ਜੀਵਨ ਦਾ ਸਾਰਾ ਆਧਾਰ ਬਦਲ ਗਿਆ। ਮੰਨੇ ਭਾਵੇ ਮੋਖ ਦੁਆਰ, ਮੰਨੇ ਪਰਵਾਰੇ ਸਾਧਾਰ। ਇਹ ਹੁਣ ਪਰਿਵਾਰ ਹੈ ਸੰਗਤ ਦਾ, ਇੱਥੇ ਹੁਣ ਆਧਾਰ ਬਦਲ ਗਿਆ। ਰਾਮਾਨੰਦ ਜੀ ਨੇ ਇੱਕ ਬਚਨ ਨਾਲ ਸਿੱਖ ਦਾ ਜੀਵਨ ਇੱਕ ਮਾਰਗ ਵੱਲ ਟੋਰ ਦਿੱਤਾ, ਇੱਕ ਪਾਸੇ ਟੋਰ ਦਿੱਤਾ, ਇੱਕ ਨਵਾਂ ਰੂਪ ਦੇ ਦਿੱਤਾ। ਕਿਵੇਂ ਬਾਣੀ ਵਿੱਚ ਹੈ ਪ੍ਰਗਟ ਹੁੰਦੇ ਹੈ ਸ਼ਬਦ, ਪੈਰੀ ਟੁੰਮ ਉਠਾਲਿਆ ਬੋਲੇ ਰਾਮ ਸਿੱਖ ਸਮਝਾਈ। ਪੈਰੀ ਟੁੰਮ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ। ਰਾਮ ਕਬੀਰੇ ਭੇਦ ਨਾ ਪਾਈ। ਉਹ ਕਹਿੰਦੇ ਨੇ ਪੈਰੀ ਲੱਗੀ ਹੈ, ਇਹ ਸਮਝਾਇਆ ਹੈ ਕਿ ਬੋਲੋ ਰਾਮ, ਔਰ ਰਾਮ ਕਬੀਰੇ ਭੇਦ ਨਾ ਪਾਈ। ਬਸ ਇਤਨਾ ਹੀ ਗਿਆਨ ਦੀ ਲੋੜ ਸੀ। ਰਾਮ ਔਰ ਕਬੀਰ ਹੁਣ ਇੱਕੋ ਹੀ ਹੋ ਗਏ ਹਨ। ਕਬੀਰ ਨੇ ਆਪਣਾ ਮਨ ਤਿਆਗ ਕੇ ਰਾਮ ਨੂੰ ਆਪਣਾ ਮਨ ਬਣਾ ਲਿਆ। ਨਾਮ ਔਰ ਮਨ ਦੀ ਇਸ ਕਮਾਈ ਦੇ ਵਿੱਚ ਜੀਵਨ ਬਹਿ ਗਿਆ। ਝੂਠ ਸਭ ਖਤਮ ਹੋ ਗਿਆ। ਆਜ਼ਾਦ ਹੋ ਕੇ ਫਿਰ ਸਾਨੂੰ ਉਸ ਦਿਨ ਦਰਸ਼ਨ ਵੀ ਕਰਾ ਰਹੇ ਸਨ ਕਿ ਉਹਨਾਂ ਨੇ ਘੋੜੇ ਦੀ ਜਦੋਂ ਕਾਠੀ ਦੀ ਗੱਲ ਕੀਤੀ, ਚੱਲ ਰੇ ਬੈਕੁੰਠ ਤੁਝੇ ਲੈ ਤਾਰੋ, ਇਹ ਚਾਹੇ ਤਾਂ ਪ੍ਰੇਮ ਕੇ ਚਾਬੁਕ ਮਾਰੋ। ਤਾਂ ਜੀਵਨ ਪ੍ਰੇਮ ਨਾਲ ਭਰ ਗਿਆ। ਭਗਤ ਭਾਈ ਗੁਰਦਾਸ ਵੀ ਇਸ ਗੱਲ ਨੂੰ ਕਹਿੰਦੇ ਆ, ਹੋਏ ਬਿਰਕਤ ਬਨਾਰਸੀ ਰਹਿੰਦ ਰਾਮਾਨੰਦ ਗੋਸਾਈ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਾਵਣ ਤਾਈ। ਅੱਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਥਾਈ। ਪੈਰੀ ਟੁੰਮ ਉਠਾਲਿਆ ਬੋਲੋ ਰਾਮ ਸਿੱਖ ਸਮਝਾਈ। ਜਿਉ ਲੋਹਾ ਪਾਰਸ ਛੂਹੇ ਚੰਦਨ ਵਾਸ ਨਿਮ ਮਹਿਕਾਈ। ਇਹ ਗੱਲ ਰਾਮ ਨਾਮ ਜਪਣ ਦੀ ਹੈ। ਇਹ ਗੱਲ ਰਾਮ ਨੂੰ ਜਾਣਨ ਦੀ ਹੈ। ਇਹ ਗੱਲ ਆਪਣੇ ਮਨ ਨੂੰ ਤਿਆਗਣ ਦੀ ਹੈ। ਔਰ ਇੱਕ ਠੋਕਰ ਲੱਗਣ ਨਾਲ ਇਹ ਜੀਵਨ ਬਦਲ ਸਕਦਾ ਹੈ। ਇਹ ਜਿਹੜੀ ਮੈਂ ਪਹਿਲੀ ਵੀ ਪੰਕਤੀ ਪੜ੍ਹੀ, ਉਹ ਵੀ ਭਾਈ ਗੁਰਦਾਸ ਦੀ ਬਾਣੀ ਤੋਂ ਹੈ। ਅਤੇ ਵਾਰ 10ਵੀਂ। ਤਾਂ ਮਹਾਰਾਜ ਕੀ ਕਹਿ ਰਹੇ ਹਨ ਸਾਨੂੰ ਕਿ ਸੰਗਤ ਜਿਹੜਾ ਪਰਿਵਾਰ ਬਣਦਾ ਹੈ, ਉਹ ਸਾਧਾਰ ਬਣ ਜਾਂਦਾ ਹੈ। ਹੁਣ ਇਹ ਐਗਜ਼ਾਮਪਲ ਰਾਮਾਨੰਦ ਔਰ ਕਬੀਰ ਦੀ ਇਸ ਕਹਾਣੀ ਤਾਂ ਇਹ ਹੁਣ ਪਰਿਵਾਰ ਤੋਂ ਉੱਪਰ ਹੈ। ਕਿਹੜਾ ਪਰਿਵਾਰ ਹੋ ਸਕਦਾ ਜਿਹੜਾ ਪੂਰਾ ਜੀਵਨ ਪਲਟ ਦੇ। ਮੈਨੂੰ ਝੂਠ ਤੋਂ ਔਰ ਹਨੇਰੇ ਤੋਂ ਕੱਢ ਕੇ ਜੋਤ ਔਰ ਲਾਈਟ ਵੱਲ ਔਰ ਆਨੰਦ ਵੱਲ, ਦੁੱਖ ਤੋਂ ਕੱਢ ਕੇ ਸੁੱਖ ਵੱਲ, ਅੰਤਰ ਆਤਮਕ ਸੁੱਖ ਨਾਲ ਜੋੜ ਦੇ। ਇਹ ਪਰਿਵਾਰ ਹੈ, ਇਹ ਸੰਗਤ ਹੈ। ਮੰਨੇ ਪਰਿਵਾਰੇ ਸਾਧਾਰ। ਇਹ ਆਧਾਰ ਵੀ ਸੱਚਾ ਮਿਲ ਗਿਆ। ਜੀਵਨ ਦੀ ਫਾਊਂਡੇਸ਼ਨ ਸੱਚ ਮਿਲ ਗਈ, ਝੂਠ ਤਿਆਗਿਆ ਗਿਆ। ਇਹ ਮੰਨਣ ਦੀ ਅਵਸਥਾ ਦੀ ਗੱਲ ਮਹਾਰਾਜ ਬਾਰ-ਬਾਰ ਕਰਦੇ ਹਨ। ਮੰਨਣ ਦੀ ਗੱਲ, ਨਾਮ ਵਿੱਚ ਲੀਨ ਹੋ ਕੇ ਅਮਲ ਕਰਨ ਦੀ ਗੱਲ, ਨਾਮ ਵਿੱਚ ਸੀਰੀਅਸ ਕਮਾਈ ਕਰਨ ਦੀ ਗੱਲ, ਜਿੱਥੇ ਮੈਂ ਆਪਣੀ ਹਉਮੈ ਹੰਕਾਰ ਨੂੰ ਤਿਆਗ ਦਿਆਂ। ਹਉਮੈ ਹੰਕਾਰ ਨੂੰ ਤਿਆਗ ਕੇ ਉਸ ਅਵਸਥਾ ਦੇ, ਉਸ ਮਨ ਦੀ ਉਸ ਅਵਸਥਾ ਦੇ ਦਰਸ਼ਨ ਕਰਾਂ ਜਿੱਥੇ ਮੈਂ ਨਹੀਂ ਹੈ। ਉੱਥੇ ਨਾਮ ਨਾਲ ਇਹ ਰਸਤਾ ਖੁੱਲ੍ਹਦਾ ਹੈ, ਪ੍ਰੇਮ ਨਾਲ ਇਹ ਰਸਤਾ ਖੁੱਲ੍ਹਦਾ ਹੈ। ਹਉਮੈ ਨਾਮੇ ਨਾਲ ਵਿਰੋਧ ਹੈ, ਦੋਏ ਨਾ ਬਸੇ ਇੱਕ ਥਾਂ। ਜਦੋਂ ਨਾਮ ਜਪਾਂਗੇ ਪ੍ਰੇਮ ਨਾਲ ਤਾਂ ਹਉਮੈ ਗਿਰ ਜਾਏਗੀ। ਔਰ ਇਹਦੀ ਜਦੋਂ ਸਾਨੂੰ ਆਦਤ ਹੁੰਦੀ ਜਾਏਗੀ ਤਾਂ ਮਹਾਰਾਜ ਕਹਿੰਦੇ ਨੇ ਇੱਕ ਦੁਆਰ ਖੁੱਲ੍ਹੇਗਾ ਜਿਹੜਾ ਸਾਨੂੰ ਆਜ਼ਾਦ ਕਰ ਦੇਗਾ। ਉਹਦੀ ਕਿਰਪਾ ਨਾਲ,
ਉਹਦੇ ਦਰਸ਼ਨ ਨਾਲ, ਜਾਂ ਮਨ ਦੀ ਉਹ ਅਵਸਥਾ ਮਿਲ ਜਾਏਗੀ ਜਿੱਥੇ ਸਾਨੂੰ ਸਦਾ ਵਿਗਾਸ ਹੈ। ਇਹਨਾਂ ਅਵਸਥਾ ਦੀ ਗੱਲ ਕਰਦੇ ਹਨ। ਇਹਨਾਂ ਅੰਤਰ ਆਤਮਾ ਦੀ, ਮਨ ਦੀ ਅਵਸਥਾ ਦੀਆਂ ਗੱਲਾਂ ਸਾਨੂੰ ਸਮਝਾ ਰਹੇ ਹਨ ਸਾਹਿਬ, ਜਿੱਥੇ ਦਰਸ਼ਨ ਸੱਤ ਦੇ ਨੇ। ਸੱਤ ਦਾ ਮਤਲਬ ਉਹ ਜੋ ਸਦਾ ਲਈ ਹੈ, ਫੋਰਐਵਰ ਹੈ, ਸਟੇਬਲ ਹੈ, ਲਗਾਤਾਰ ਹੈ, ਅਨਇੰਟਰਪਟਿਡ ਹੈ, ਔਰ ਉਹਦੀ ਕੁਆਲਿਟੀ ਕੋਈ ਨਹੀਂ ਬਦਲਦੀ। ਇੱਕ ਆਨੰਦ ਦੇ ਦਰਸ਼ਨ ਲੱਗੇ ਹਨ ਔਰ ਲਗਾਤਾਰ ਲੱਗੇ ਹਨ, ਇੱਕੋ ਤਰ੍ਹਾਂ। ਮਹਾਰਾਜ ਅੱਗੇ ਦੱਸਦੇ ਹਨ, ਮੰਨੈ ਤਰੇ ਤਾਰੇ ਗੁਰਸਿੱਖ। ਇਹ ਸਿੱਖ ਬਹੁਵਚਨ ਇੱਥੇ ਗੁਰੂ ਔਰ ਸਿੱਖ ਦੀ ਇਸ ਰਿਲੇਸ਼ਨਸ਼ਿਪ ਵਿੱਚ ਮਨ ਵੀ ਤਰਦਾ ਹੈ। ਮੰਨਣ ਕਰਨ ਵਾਲੇ ਦੀ ਅਵਸਥਾ ਇਸ ਤਰ੍ਹਾਂ ਦੀ ਹੈ ਕਿ ਉਹ ਆਪ ਵੀ ਤਰਦਾ ਹੈ ਔਰ ਉਹ ਬਾਕੀਆਂ ਨੂੰ ਵੀ ਇੰਸਪਾਇਰ ਕਰਦਾ ਹੈ ਤਰਨ ਲਈ। ਜਿਵੇਂ ਆਪ ਦੇਖੋ ਕਿ ਕੁਝ ਨੈਗੇਟਿਵ ਹੈਪਨਿੰਗ ਹੁੰਦੀ ਹੈ ਤਾਂ ਉਹਦੀ ਵੀ ਤਰੰਗਾਂ ਜਾਂਦੀਆਂ ਜੀਵਨ ਵਿੱਚ। ਕੁਝ ਗਲਤ ਹੁੰਦਾ ਹੈ ਤਾਂ ਉਹਦੀ ਤਰੰਗਾਂ ਲੋਕਾਂ ਨੂੰ ਵੀ ਇੰਪੈਕਟ ਕਰਦੀਆਂ ਨੇ। ਉਸ ਨਾਲ ਦੂਸਰਿਆਂ ਦੇ ਮਨ ਵਿੱਚ ਵੀ ਨੈਗੇਟਿਵ ਭਾਵਨਾਵਾਂ ਉੱਠਦੀਆਂ ਨੇ। ਇਸੇ ਤਰ੍ਹਾਂ ਨਾਮ ਦੇ ਰਸ ਵਿੱਚ ਜਦੋਂ ਕੋਈ ਲੀਨ ਹੁੰਦਾ ਹੈ ਤਾਂ ਉਹ ਬਾਕੀਆਂ ਨੂੰ ਵੀ ਨਾਮ ਵੱਲ ਟੁਰਨ ਲਈ ਪ੍ਰੇਰਿਤ ਕਰਦਾ ਹੈ, ਬਾਕੀਆਂ ਨੂੰ ਵੀ ਨਾਮ ਦੇ ਗਿਆਨ ਵੱਲ ਜਾਣ ਲਈ ਉਤਸ਼ਾਹਿਤ ਕਰਦਾ ਹੈ, ਉਹਦੇ ਵੱਲ ਉਹਦੀ ਇਸ਼ਾਰਾ ਕਰਦਾ ਹੈ। ਉਹ ਵੀ ਚੰਦਨ ਹੋਏ ਲੈ ਬਸੇ ਜੋ ਚੰਦਨ ਪਾਸ। ਤਾਂ ਇਹ ਚੀਜ਼ਾਂ ਟਰੈਵਲ ਕਰਦੀਆਂ ਨੇ। ਮੇਰੇ ਮਨ ਦੀ ਅਵਸਥਾ ਮੇਰੇ ਨਾਲ ਬੈਠੇ ਕਿਸੇ ਦੀ ਵੀ ਹਾਲਤ ਨੂੰ ਇੰਪੈਕਟ ਕਰੇਗੀ। ਮੈਂ ਸੁੱਖ ਵਿੱਚ ਹੋਵਾਂਗਾ ਤਾਂ ਮੇਰੇ ਆਲੇ ਦੁਆਲੇ ਕੋਈ ਹੋਏਗਾ, ਉਹਨੂੰ ਵੀ ਕੁਝ ਫਰਕ ਪਏਗਾ, ਬਿਨਾਂ ਬੋਲੇ ਵੀ ਪਏਗਾ, ਬੋਲ ਕੇ ਵੀ ਪਏਗਾ, ਕਿਉਂਕਿ ਇਹ ਚੀਜ਼ਾਂ ਸੀਮਲੈਸਲੀ ਚੱਲਦੀਆਂ ਨੇ ਜੀਵਨ ਵਿੱਚ। ਇਸੇ ਤਰ੍ਹਾਂ ਮਹਾਰਾਜ ਸਾਨੂੰ ਦੱਸਦੇ ਨੇ ਕਿ ਜਿਸ ਨੇ ਨਾਮ ਦੀ ਪ੍ਰਾਪਤੀ ਕਰ ਲਈ ਉਹ ਆਪ ਤਾਂ ਤਰਿਆ ਹੀ ਹੈ, ਉਹ ਦੂਜਿਆਂ ਨੂੰ ਵੀ ਤਾਰਨ ਦਾ ਪ੍ਰੇਰਿਤ ਕਰਦਾ ਹੈ, ਸਿੱਖਾਂ ਨੂੰ ਫਿਰ ਤਾਰਦਾ ਹੈ, ਸਿੱਖਾਂ ਦੇ ਜੀਵਨ ਨੂੰ ਤਾਰਦਾ ਹੈ, ਸਿੱਖਾਂ ਦੇ ਜੀਵਨ ਵੱਲ ਪ੍ਰੇਰਿਤ ਕਰਦਾ ਹੈ, ਸਿੱਖ ਬਣਨ ਲਈ ਪ੍ਰੇਰਿਤ ਕਰਦਾ ਹੈ। ਇਹ ਇੱਕ ਇਸ ਤਰ੍ਹਾਂ ਦੀ ਗੱਲ ਹੈ ਕਿ ਜਿਵੇਂ ਕੋਈ ਕਿਸੇ ਨੇ ਪ੍ਰੋਫਿਟ ਕਮਾ ਲਿਆ ਔਰ ਦੂਸਰੇ ਨੇ ਦੇਖਿਆ ਵੀ ਇਹ ਤਾਂ ਮੈਂ ਵੀ ਕਮਾ ਸਕਦਾ ਹਾਂ। ਇਸ ਤਰ੍ਹਾਂ ਦੀ ਗੱਲ ਪ੍ਰੇਰਨਾ ਹੁੰਦੀ ਹੈ ਔਰ ਉਹ ਅਵਸਥਾ ਮਨ ਨੂੰ ਇੰਪੈਕਟ ਕਰਦੀ ਹੈ, ਮਨ ਨੂੰ ਉਹਦਾ ਅਸਰ ਹੁੰਦਾ ਹੈ। ਮੰਨੇ ਨਾਨਕ ਭਵੇ ਨਾ ਭਿਖ। ਭਿਖਾਰੀ ਕੌਣ ਹੈ ਦੁਨੀਆ ਵਿੱਚ? ਭਿਖਾਰੀ ਉਹ ਹੈ ਜਿਹਦੀ ਮੰਗ ਨਹੀਂ ਹਟੀ, ਜਿਹੜਾ ਮੰਗਦਾ ਹੀ ਰਿਹਾ ਉਹ ਭਿਖਾਰੀ ਹੈ। ਤੋਰਾ ਇਜ਼ਰਾਈਲੀਆਂ ਦੀ ਇੱਕ ਕਿਤਾਬ ਹੈ ਤੋਰਾ, ਉਹਦੇ ਵਿੱਚ ਰਿਚ ਮੈਨ ਦੀ ਇੱਕ ਡੈਫੀਨੇਸ਼ਨ ਹੈ। ਉਹ ਕਹਿੰਦੇ ਹੀ ਹੂ ਇਜ਼ ਰਿਚ ਇਜ਼ ਹੀ ਹੂ ਹੈਜ਼ ਮੋਰ ਦੈਨ ਹੀ ਨੀਡਸ। ਇਹ ਬੜੀ ਪਿਆਰੀ ਡੈਫੀਨੇਸ਼ਨ ਹੈ, ਕਿਉਂਕਿ ਜਦੋਂ ਮੇਰੇ ਕੋਲ ਮੇਰੀ ਲੋੜ ਤੋਂ ਜ਼ਿਆਦਾ ਹੈ, ਇਹ ਐਬਸਲੂਟ ਵੈਲਥ ਦੀ ਗੱਲ ਨਹੀਂ ਕਰਦੇ ਪਏ ਹੁਣ ਇੱਕ ਮਨ ਦੀ ਅਵਸਥਾ ਦੀ ਗੱਲ ਕਰਦੇ ਪਏ ਨੇ ਕਿ ਅਗਰ ਮੇਰੇ ਕੋਲ ਜੋ ਮੇਰੀ ਲੋੜ ਆ ਉਸ ਤੋਂ ਜ਼ਿਆਦਾ ਹੈ ਤਾਂ ਫਿਰ ਮੈਂ ਮੰਗਣਾ ਹਟ ਜਾਵਾਂਗਾ, ਫਿਰ ਮੈਂ ਭਿਖਾਰੀ ਨਹੀਂ ਰਹਿ ਗਿਆ। ਗੱਲ ਇੱਥੇ ਇਹ ਹੈ ਕਿ ਭਿਖਾਰੀ ਜਿਹਦੇ ਕੋਲ ਸਭ ਕੁਝ ਹੈ, ਸਾਰੀ ਦੁਨੀਆ ਦਾ ਰਾਜਾ ਹੈ, ਉਹ ਵੀ ਭਿਖਾਰੀ ਹੈ, ਉਹ ਵੀ ਮੰਗਦਾ ਹੀ ਜਾ ਰਿਹਾ ਹੈ। ਉਹ ਜੀਵਨ ਦੇ ਵਿੱਚ ਸਭ ਦਾਤਾਂ ਲੈ ਕੇ ਵੀ ਫਿਰ ਵੀ ਭਿਖਾਰੀ ਹੀ ਹੈ। ਉਹਦੀ ਅੰਤਰ ਮਨ ਦੀ ਅਵਸਥਾ ਭਿਖਾਰੀ ਦੀ ਹੈ। ਉਸਨੇ ਮਨ ਦੇ ਅੰਦਰ ਦਾ ਗਿਆਨ ਔਰ ਉਹਦਾ ਆਨੰਦ ਜਾਣਿਆ ਨਹੀਂ। ਉਹਦੇ ਉਹ ਜਿਹੜੇ ਅੰਤਰ ਵਿੱਚ ਜੋਤ ਪ੍ਰਗਾਸ ਹੈ, ਜਿਹਦੇ ਸੌਮੇ ਨੇ ਆਨੰਦ ਦੇ, ਉਹ ਬਹੁਤ ਦੂਰ ਨੇ, ਬਲਕਿ ਮਨ ਬਿਲਕੁਲ ਵਿਆਕੁਲ ਹੈ, ਪਰੇਸ਼ਾਨ ਹੈ, ਡਰਿਆ ਹੋਇਆ ਹੈ।
ਜੋ ਹੈ ਉਹ ਕਦੋਂ ਚਲਾ ਜਾਏਗਾ, ਕਿਧਰੇ ਮੌਤ ਨਾ ਆ ਜਾਏ, ਕਿਧਰੇ ਇਹ ਸਭ ਕੁਝ ਚਲਾ ਨਾ ਜਾਏ, ਐਸੇ ਡਰ ਵਿੱਚ ਸਾਰਾ ਜੀਵਨ ਹੀ ਖਤਮ ਹੋ ਗਿਆ। ਇੱਕ ਸੂਫੀ ਸੇਇੰਗ ਹੈ, ਉਹ ਕਹਿੰਦਾ ਬਹੁਤ ਨਾ ਮੰਗੀ, ਇਤਨਾ ਜ਼ਿਆਦਾ ਮੰਗ ਲਏਗਾ ਤੇ ਸਾਰਾ ਜੀਵਨ ਉਹਦੀ ਸੰਭਾਲ 'ਚ ਹੀ ਨਿਕਲ ਜਾਏਗਾ। ਮੰਗਦਾ ਰਿਹਾ ਔਰ ਫਿਰ ਸੰਭਾਲਦਾ ਰਿਹਾ, ਔਰ ਮਨ ਕੁਛ ਵੀ ਨਾ ਤ੍ਰਿਪਤ ਹੋਇਆ, ਮਨ ਇਨਕੰਪਲੀਟ ਹੀ ਰਿਹਾ, ਮਨ ਵਿਆਕੁਲ ਹੀ ਰਿਹਾ, ਪਰੇਸ਼ਾਨ ਹੀ ਰਿਹਾ, ਜਾਂ ਤੇ ਮੰਗਣ ਵਿੱਚ ਜਾਂ ਉਸ ਮੰਗਦੇ ਜਾਣ ਦੇ ਡਰ ਵਿੱਚ। ਮਨ ਪਰੇਸ਼ਾਨ ਔਰ ਇਨਕੰਪਲੀਟ ਹੀ ਰਿਹਾ, ਮਨ ਅਧੂਰਾ ਹੀ ਰਿਹਾ, ਮਨ ਨੂੰ ਕਦੇ ਸ਼ਾਂਤੀ ਨਹੀਂ ਆਈ। ਭਿਖਾਰੀ ਜੀਵਨ ਵਿੱਚ ਉਹ ਹੈ ਜਿਸ ਨੇ ਜੀਵਨ ਦਾ ਤੱਤ ਨਹੀਂ ਜਾਣਿਆ, ਔਰ ਉਹ ਭਿਖਾਰੀ ਵੀ ਬਣਦਾ ਹੈ ਤਾਂ ਉਹਨੂੰ ਵਿਸਰਾਮ ਵੀ ਨਹੀਂ ਹੈ, ਉਹ ਭ੍ਰਮਣ ਹੀ ਕਰਦਾ ਰਹਿੰਦਾ ਹੈ, ਉਹਦਾ ਮਨ ਭ੍ਰਮਣ ਕਰਦਾ ਰਹਿੰਦਾ ਹੈ, ਉਹ ਆਪ ਵੀ ਭ੍ਰਮਣ ਕਰਦਾ ਰਹਿੰਦਾ ਹੈ। ਕਿਉਂਕਿ ਮਨ ਵਿੱਚ ਠਹਿਰਾਓ ਨਹੀਂ ਹੈ, ਇਸ ਕਰਕੇ ਸਰੀਰ ਵੀ ਨਹੀਂ ਠਹਿਰਦਾ। ਮਨ ਵੀ ਨਹੀਂ ਠਹਿਰਦਾ, ਸਰੀਰ ਵੀ ਨਹੀਂ ਠਹਿਰਦਾ, ਤਾਂ ਉਹਦਾ ਮਨ ਵੀ ਭਟਕੇਗਾ, ਸਰੀਰ ਵੀ ਪਰੇਸ਼ਾਨ ਰਹੇਗਾ। ਸਾਹਿਬ ਦੱਸਦੇ ਨੇ ਇਸ ਦੀ ਉਲਟ ਅਵਸਥਾ ਦੀ ਗੱਲ, ਨਾਮ ਅਭਿਆਸੀ ਦੀ ਮਹਾਰਾਜ ਦੱਸਦੇ ਨੇ ਸਾਨੂੰ, ਮੰਨੇ ਨਾਨਕ ਪਵੇ ਨਾ ਭਿਖ। ਦੇਖੋ ਗੱਲ ਕੀ ਹੈ ਭਾਈ ਸਾਹਿਬ, ਕਿਸੇ ਨੇ ਮਨ ਦੇ ਆਨੰਦ ਨੂੰ ਜਾਣ ਲਿਆ, ਉਹ ਤਾਂ ਬਿਨਾਂ ਕੁਛ ਚੀਜ਼ ਲਏ ਵੀ ਆਨੰਦਿਤ ਹੈ। ਉਹਨੂੰ ਦੇ ਦਿਓਗੇ ਤਾਂ ਵੀ ਆਨੰਦ ਹੈ, ਨਹੀਂ ਦਿਓਗੇ ਤਾਂ ਵੀ ਆਨੰਦ ਹੈ। ਜਿਹਦੇ ਕੋਲ ਮਨ ਦੇ ਵਿੱਚ ਆਨੰਦ ਨਹੀਂ ਹੈ, ਮਨ ਪਰੇਸ਼ਾਨ ਹੈ, ਤਾਂ ਉਹਨੂੰ ਕੁਝ ਮਿਲ ਗਿਆ ਤਾਂ ਵੀ ਪਰੇਸ਼ਾਨ ਹੈ, ਨਹੀਂ ਮਿਲਿਆ ਤਾਂ ਵੀ ਪਰੇਸ਼ਾਨ ਹੈ। ਇਹ ਮਨ ਦੀ ਅੰਤਰ ਦੀ ਅਵਸਥਾ ਦੀ ਗੱਲ ਸਾਹਿਬ ਸਾਨੂੰ ਦੱਸ ਰਹੇ ਹਨ। ਮੰਨੇ ਨਾਨਕ ਭਵੇ ਨਾ ਭਿਖ। ਭ੍ਰਮਣ ਦਾ ਮਤਲਬ ਹੈ ਭਵੇ, ਭ੍ਰਮਣ ਕਰਦਾ ਹੈ, ਵਿਚਰਦਾ ਰਹਿੰਦਾ ਹੈ, ਸਟੇਬਲ ਨਹੀਂ ਰਹਿੰਦਾ, ਰੁਕਦਾ ਨਹੀਂ ਹੈ ਕਿਧਰੇ ਵੀ। ਇਹ ਹੁਣ ਚੱਲਦਾ ਹੀ ਰਹੇਗਾ ਮਨ, ਪਰੇਸ਼ਾਨ ਹੀ ਰਹੇਗਾ ਮਨ। ਨਾਮ ਵਿੱਚ ਸਭ ਕੁਝ ਮਿਲ ਜਾਂਦਾ ਹੈ, ਨਾਮ ਜਪਤ ਤ੍ਰਿਸ਼ਨਾ ਸਭ ਬੁਝੀ ਹੈ, ਨਾਨਕ ਤ੍ਰਿਪਤ ਅਗਾਈ। ਇਹ ਸਾਹਿਬ ਸਾਨੂੰ ਬਾਣੀ ਵਿੱਚ ਸਮਝਾ ਰਹੇ ਨੇ ਬਾਰ-ਬਾਰ। ਔਰ ਨਾਮ ਔਰ ਮਨ ਦੀ ਇਸ ਖੇਡ ਦੀ ਅਵਸਥਾ ਦੀ ਸਾਨੂੰ ਰਿਵੀਲ ਕਰ ਰਹੇ ਨੇ ਰਿਐਲਿਟੀ, ਕਿ ਅੰਤਰ ਮਨ ਦੀ ਅਵਸਥਾ ਕੀ ਹੈ। ਅੰਤਰ ਦੇ ਵਿੱਚ ਜੋ ਸ਼ੋਰ ਹੈ, ਪਰੇਸ਼ਾਨੀ ਹੈ, ਇਸ ਤੋਂ ਹਟ ਕੇ ਅਗਰ ਨਾਮ ਜਪੀਏ ਤਾਂ ਕਿਹੜੇ ਰਾਹ, ਕਿਹੜੇ ਮਾਰਗ ਜੀਵਨ ਦੇ ਖੁੱਲ੍ਹ ਸਕਦੇ ਹਨ, ਕਿਹੜੀਆਂ ਪੋਸੀਬਿਲਿਟੀਜ਼ ਹਨ। ਤਾਂ ਸਾਹਿਬ ਇਸ ਲਾਈਨ ਵਿੱਚ ਦੱਸਦੇ ਨੇ ਸਾਨੂੰ, ਮੰਨੇ ਨਾਨਕ ਭਵੇ ਨਾ ਭਿਖ। ਨਾ ਉਹ ਭ੍ਰਮਣ ਕਰਦਾ, ਉਹਦਾ ਮਨ ਵਿਸਰਾਮ ਹੈ, ਵਿਸਰਾਮ ਮਿਲ ਗਿਆ ਔਰ ਭ੍ਰਮਣ ਮੁੱਕ ਗਿਆ, ਔਰ ਉਹ ਰਾਜ ਤਖਤ ਨੂੰ ਪ੍ਰਾਪਤ ਹੋ ਗਿਆ। ਉਹਨੂੰ ਉਹ ਖਜ਼ਾਨਾ ਮਨ ਦਾ ਮਿਲ ਗਿਆ ਜਿਹੜਾ ਹੁਣ ਮੌਤ ਤੋਂ ਵੀ ਪਰੇ ਹੈ। ਦੇਖੋ ਗੱਲ ਕੀ ਹੈ, ਜਿਸ ਮੋਕਸ਼ ਦੀ ਗੱਲ ਸਾਹਿਬ ਪਹਿਲੀ ਲਾਈਨ ਵਿੱਚ ਕਰਦੇ ਹੈ, ਉਹ ਮੋਕਸ਼ ਦਾ ਇਸ਼ੂ ਕੀ ਹੈ। ਜਦੋਂ ਕੋਈ ਕਹਿੰਦਾ ਹੈ ਮੈਨੂੰ ਮੁਕਤੀ, ਮਰਨ ਔਰ ਜਨਮ, ਮਰਨ ਔਰ ਜੀਣ ਤੋਂ ਮੁਕਤੀ ਮਿਲ ਜਾਏ, ਤਾਂ ਉਹ ਕਹਿੰਦਾ ਮੇਰਾ ਭ੍ਰਮਣ ਮੁੱਕ ਜਾਏ। ਇਹ ਆਵਾਗਾਉਣ ਜਿਹੜਾ ਹੈ ਮੇਰਾ, ਜਿਹੜਾ ਸਾਈਕਲ, ਜਿਹੜਾ ਸੰਸਾਰ ਹੈ ਜਿਹਦੇ ਵਿੱਚ ਮੈਂ ਸਦਾ ਹੀ ਘੁੰਮਦਾ ਰਹਿੰਦਾ, ਮੇਰੀ ਮਨ ਦੀ ਚਰਨਿੰਗ ਹੋ ਰਹੀ ਹੈ ਸਾਰਾ ਟਾਈਮ, ਇਹ ਖਤਮ ਹੋ ਜਾਏ, ਇੱਕ ਸਟੇਬਲ ਮਾਈਂਡ ਮਿਲ ਜਾਏ। ਦੂਸਰਾ ਉਹ ਕੀ ਕਹਿ ਰਿਹਾ ਹੈ ਕਿ ਮੈਨੂੰ ਇੱਕ ਇਹੋ ਜਿਹੀ ਅਵਸਥਾ ਮਿਲ ਜਾਏ ਜਿੱਥੇ ਮੈਨੂੰ ਡਿਜ਼ਾਇਰ ਨਾ ਕਰਨਾ ਪਏ ਕੁਛ। ਉਹ ਅਵਸਥਾ ਆਨੰਦ ਔਰ ਨਾਮ ਦੀ ਪ੍ਰਾਪਤੀ ਦੀ ਅਵਸਥਾ ਹੀ ਮੋਖ ਹੈ। ਜਦੋਂ ਨਾਮ ਔਰ ਆਨੰਦ ਮੇਰੇ ਜੀਵਨ ਵਿੱਚ ਆ ਜਾਏਗਾ, ਮੈਨੂੰ ਹੋਰ ਭੁੱਖਾਂ ਨਹੀਂ ਰਹਿ ਜਾਣਗੀਆਂ। ਨੀਡਸ ਭਾਵੇਂ ਰਹਿ ਜਾਣ ਫਿਜ਼ੀਕਲ, ਔਰ ਜਿਤਨਾ ਚਿਰ ਫਿਜ਼ੀਕਲ ਲਾਈਫ ਹੈ ਉਤਨਾ ਚਿਰ ਨੀਡਸ ਤੇ ਰਹਿਣੀਆਂ ਹਨ। ਜਿਤਨਾ ਚਿਰ ਫਿਜ਼ੀਕਲ ਲਾਈਫ ਹੈ, ਜਦੋਂ ਨਹੀਂ ਹੈ ਤਾਂ ਕੁਛ ਵੀ ਨੀਡ ਨਹੀਂ ਹੈ। ਤਾਂ ਉਹ ਨੀਡ ਪੂਰੀ ਅੰਤਰ ਮਨ ਵਿੱਚ, ਪ੍ਰਗਾਸ ਦੇ ਵਿੱਚ ਪੂਰੀ ਹੋ ਗਈ, ਤ੍ਰਿਪਤਤਾ ਹੋ ਗਈ, ਅਗਾਈ, ਤ੍ਰਿਪਤ ਅਗਾਈ, ਪਰਿਪੂਰਨ, ਫੁਲਫਿਲਡ।
ਇਹ ਮਹਾਰਾਜ ਫਿਰ ਕੀ ਕਹਿ ਰਹੇ ਹਨ ਕਿ ਭ੍ਰਮਣ ਉਹਦਾ ਮੁੱਕ ਗਿਆ ਔਰ ਨਾ ਉਹ ਭਿੱਖ ਮੰਗੇਗਾ, ਕਿਉਂਕਿ ਜੋ ਚੀਜ਼ ਅਸਲ ਵਿੱਚ ਕਮਾਉਣ ਵਾਲੀ ਜੀਵਨ ਵਿੱਚ ਹੈ ਉਹ ਉਹਨੂੰ ਮਿਲ ਚੁੱਕੀ ਹੈ। ਅਸੀਂ ਤੁਸੀਂ ਉਹਨੂੰ ਕੀ ਦੇਵਾਂਗੇ? ਜਿਹਦਾ ਅੰਤਰ ਦਾ ਮਨ ਖੇੜੇ ਵਿੱਚ ਹੈ ਉਹਨੂੰ ਅਸੀਂ ਕੀ ਦੇਵਾਂਗੇ? ਅਸੀਂ ਸੁੱਖ ਲੱਭਦੇ ਹਾਂ ਪਦਾਰਥ ਵਿੱਚ, ਤਾਂ ਪਦਾਰਥ ਸਾਡਾ ਸੁੱਖ ਦਾ ਕਾਰਨ ਬਣਦਾ। ਅਸੀਂ ਕਹਿੰਦੇ ਇਹ ਚੀਜ਼ ਮਿਲ ਜਾਏ ਤਾਂ ਬੜਾ ਆਨੰਦ ਆਏਗਾ, ਪਰ ਜਿਹਦਾ ਜੀਵਨ ਪਹਿਲਾਂ ਹੀ ਆਨੰਦ ਹੈ ਉਹਨੂੰ ਉਹ ਵਸਤੂ ਦੀ ਲੋੜ ਹੀ ਨਹੀਂ ਹੈ। ਉਹ ਉਹਨਾਂ ਨੂੰ ਹੁਣ ਯੂਜ਼ ਕਰ ਸਕਦਾ ਹੈ, ਬਟ ਹੀ ਵਿਲ ਨਾਟ ਬੀ ਯੂਜ਼ਡ ਬਾਈ ਥਿੰਗਸ। ਮਤਲਬ ਕੀ ਹੈ? ਚੀਜ਼ਾਂ ਉਹਦਾ ਮਾਲਕ ਨਹੀਂ ਬਣਨਗੀਆਂ, ਉਹ ਉਹਨਾਂ ਦਾ ਮਾਲਕ ਬਣੇਗਾ। ਇਹਦਾ ਮਤਲਬ ਨਹੀਂ ਕਿ ਉਹ ਗੱਡੀ ਨਹੀਂ ਲੈ, ਉਹਦਾ ਇਹ ਮਤਲਬ ਨਹੀਂ ਕਿ ਉਹ ਗੱਡੀ ਨਹੀਂ ਕਦੀ ਲਏਗਾ, ਜਾਂ ਉਹ ਅੱਛਾ ਖਾਣਾ ਨਹੀਂ ਕਦੇ ਖਾਏਗਾ। ਇਹ ਚੀਜ਼ਾਂ ਤੇ ਭਾਵੇਂ ਚੱਲਦੀਆਂ ਰਹਿਣਗੀਆਂ, ਬਟ ਦੇ ਮੈਟਰ ਲੈਸ, ਦੇ ਆਰ ਨਾਟ ਐਜ਼ ਇੰਪੋਰਟੈਂਟ ਐਜ਼ ਇਟ ਇਜ਼ ਫॉर ਅਸ, ਜਿਨ੍ਹਾਂ ਨੂੰ ਮਨ 'ਚ ਅੰਦਰ ਦੇ ਪ੍ਰਗਾਸ ਨਹੀਂ ਖੁੱਲ੍ਹਿਆ, ਮਨ ਦਾ ਅੰਦਰ ਦਾ ਆਨੰਦ ਨਹੀਂ ਖੁੱਲ੍ਹਿਆ। ਜਦੋਂ ਉਹ ਮੁਕਤ ਹੋ ਗਿਆ ਤਾਂ ਉਹ ਇਹਨਾਂ ਚੀਜ਼ਾਂ ਦੇ ਡਿਜ਼ਾਇਰ ਤੋਂ ਵੀ ਮੁਕਤ ਹੋ ਗਿਆ। ਇਹ ਹੈਣ ਕਿ ਨਹੀਂ ਹਨ ਬਰਾਬਰ ਹੈ। ਕਬੀਰ ਦੇ ਪੁੱਤਰ ਦਾ ਨਾਂ ਸੀ ਕਮਾਲ। ਇੱਕ ਕਥਾ ਪੁਰਾਣੀ ਹੈ ਕਿ ਕਬੀਰ ਕੋਲ ਕੋਈ ਕਮਾਲ ਕੋਲ ਕੋਈ ਕੀਮਤੀ ਪੱਥਰ ਲੈ ਕੇ ਗਿਆ, ਤਾਂ ਕਮਾਲ ਨੇ ਰੱਖ ਲਿਆ। ਉਹਨੇ ਕਿਹਾ ਵੀ ਇੱਥੇ ਰੱਖ ਜਾਓ, ਤੇ ਉਹ ਰੱਖ ਕੇ ਚਲੇ ਗਏ। ਪਰ ਉਹਨਾਂ ਦੇ ਮਨ ਵਿੱਚ ਇੱਕ ਗੱਲ ਉੱਠੀ ਕਿ ਇਹ ਤੇ ਸਾਧੂ ਨਹੀਂ ਹੈ, ਇਹਨੂੰ ਪਦਾਰਥ ਦੀ ਭੁੱਖ ਹੈ। ਮੈਂ ਇਹਦੇ ਕੋਲ ਇੱਕ ਹੀਰਾ ਲੈ ਗਿਆ, ਇਹਨੇ ਉਹਨੂੰ ਰੱਖ ਲਿਆ, ਇਹਨੇ ਮਨਾ ਨਹੀਂ ਕੀਤਾ। ਕਬੀਰ ਤਾਂ ਮਨਾ ਕਰਦਾ, ਮੈਨੂੰ ਲੋੜ ਨਹੀਂ ਇਹਦੀ, ਤਾਂ ਕਮਾਲ ਨੇ ਤਾਂ ਰੱਖ ਲਿਆ। ਸੋਚਦਾ ਹੋਇਆ 2-3 ਮਹੀਨੇ ਬਾਅਦ ਪਰੇਸ਼ਾਨੀ ਵਿੱਚ ਉਹ ਡਾਊਟ ਕਰਦਾ ਹੋਇਆ ਕਮਾਲ ਕੋਲ ਫਿਰ 3 ਮਹੀਨੇ ਬਾਅਦ ਗਿਆ, 4 ਮਹੀਨੇ ਬਾਅਦ ਗਿਆ ਕਿ ਜੀ ਉਹ ਮੈਂ ਤੁਹਾਨੂੰ ਹੀਰਾ ਦਿੱਤਾ ਸੀ। ਤਾਂ ਕਮਾਲ ਨੇ ਕਿਹਾ ਤੁਸੀਂ ਦਿੱਤਾ ਸੀ? ਕਿੱਥੇ ਰੱਖਿਆ ਸੀ? ਬੋਲੇ ਜੀ ਉੱਥੇ ਰੱਖਿਆ ਸੀ। ਬੋਲਾ ਫਿਰ ਉੱਥੇ ਪਿਆ ਹੋਣਾ, ਜਾ ਕੇ ਦੇਖ ਲੈ। ਇਟ ਮੈਟਰਸ ਲੈਸ। ਸੋ ਉਹਨੂੰ ਡਿਨਾਈ ਕਰਨ ਦੀ ਵੀ ਹੁਣ ਵੈਲਿਊ ਨਹੀਂ ਹੈ। ਜਦ ਮੈਂ ਕਿਸੇ ਚੀਜ਼ ਨੂੰ ਮਨਾ ਕਰਦਾ ਮੈਂ ਤਾਂ ਵੀ ਉਹਨੂੰ ਵੈਲਿਊ ਦਿੰਦਾ ਹਾਂ ਕਿ ਇਹ ਮੈਨੂੰ ਨਾ ਲੋੜ ਨਹੀਂ ਹੈ। ਜਦ ਮੈਂ ਉਹਨੂੰ ਮਨਾ ਵੀ ਕਿਉਂ ਕਰਾਂ ਔਰ ਮੈਨੂੰ ਮੰਨਣਾ ਵੀ ਕਿਉਂ ਕਿ ਹਾਂ ਹੈ ਕਿ ਨਹੀਂ ਹੈ, ਮੇਰੇ ਲਈ ਬਰਾਬਰ ਹੈ। ਮਨ ਦੀ ਅੰਤਰ ਦੀ ਅਵਸਥਾ ਜਦੋਂ ਖਜ਼ਾਨੇ ਮਨ ਦੇ ਖੁੱਲ ਜਾਣ ਤਾਂ ਪਦਾਰਥ ਮੈਨੂੰ ਕੀ ਦੇ ਦੇਗਾ ਜਿਹੜਾ ਮੈਨੂੰ ਲੋੜ ਹੈ। ਮਹਾਰਾਜ ਕਹਿੰਦੇ ਨੇ ਮੰਨੇ ਨਾਨਕ ਭਵੇ ਨਾ ਭਿਖ। ਉਹ ਹੁਣ ਭਿਖਾਰੀ ਬੰਦਾ ਨਹੀਂ ਕਰਦਾ, ਉਹ ਤੇ ਮਨ ਦਾ ਰਾਜਾ ਹੈ। ਪਦਾਰਥ ਹੈ ਕਿ ਨਹੀਂ ਹੈ ਉਹ ਸੈਕੰਡਰੀ ਚੀਜ਼ਾਂ ਨੇ। ਦੇ ਡੋਂਟ ਵੈਲਿਊ ਸੋ ਮਚ, ਦੇ ਡੋਂਟ ਮੈਟਰ ਸੋ ਮਚ। ਇਹੋ ਜਿਹੀ ਅਵਸਥਾ ਦਾ ਮਨ ਕੋਈ ਕਰੋੜਾਂ ਦਾ ਮਾਲਕ ਵੀ ਹੋਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ, ਨਾ ਵੀ ਹੋਏ ਤਾਂ ਵੀ ਕੋਈ ਫਰਕ ਨਹੀਂ ਪੈਂਦਾ। ਮਨ ਦੀ ਅਵਸਥਾ ਦੀ ਗੱਲ ਹੋ ਰਹੀ ਹੈ। ਭਿਖਾਰੀ ਤਾਂ ਉਹ ਹੈ ਜਿਹੜਾ ਮਨ ਵਿੱਚ ਭਿਖਾਰੀ ਹੈ। ਭਿਖਾਰੀ ਤਾਂ ਉਹ ਹੈ ਜਿਹੜਾ ਪਦਾਰਥ ਨਾਲ ਜੁੜਿਆ ਉਸ ਤੋਂ ਟੁੱਟਣ ਵਾਸਤੇ ਡਰਿਆ ਹੀ ਰਹਿੰਦਾ ਹੈ। ਭਿਖਾਰੀ ਤਾਂ ਉਹ ਹੈ ਜਿਹੜਾ ਸਾਰੀ ਜ਼ਿੰਦਗੀ ਮੰਗਦਾ ਹੀ ਰਹਿੰਦਾ ਹੈ ਕਿ ਹੋਰ ਦੇ ਦਿਓ, ਹੋਰ ਦੇ ਦਿਓ, ਹੋਰ ਦੇ ਦਿਓ। ਉਹਦਾ ਮਨ ਨਾ ਤ੍ਰਿਪਤ ਹੋਇਆ, ਨਾ ਉਹਨੇ ਆਨੰਦ ਨੂੰ ਜਾਣਿਆ, ਨਾ ਉਹਨੇ ਕੰਪਲੀਟਨੈਸ ਜਾਣੀ, ਨਾ ਉਸਨੇ ਅੰਦਰ ਦਾ ਵਿਕਾਸ ਜਾਣਿਆ, ਤੇ ਬਾਹਰ ਦੇ ਸੁੱਖ ਔਰ ਦੁੱਖ ਦੇ ਗੇੜਿਆਂ ਵਿੱਚ ਭ੍ਰਮਣ ਹੀ ਕਰਦਾ ਰਿਹਾ, ਭਵਨ ਹੀ ਕਰਦਾ ਰਿਹਾ। ਸਾਹਿਬ ਸਾਨੂੰ ਇੱਕ ਆਜ਼ਾਦੀ ਦੀ ਗੱਲ ਕਰ ਰਹੇ ਹਨ। ਪਿਛਲੀ ਪੌੜੀ ਵਿੱਚ ਇੱਕ ਸਟੈਬਿਲਿਟੀ ਦੀ ਗੱਲ ਕੀਤੀ, ਇਸ ਪੌੜੀ ਵਿੱਚ ਇੱਕ ਆਜ਼ਾਦੀ ਦੀ ਗੱਲ ਕੀਤੀ। ਮੈਂ ਮੰਗਣ ਤੋਂ ਵੀ ਆਜ਼ਾਦ ਹੋ ਗਿਆ, ਮੈਂ ਮੋਕਸ਼ ਵੀ ਮੰਗਣ ਤੋਂ ਆਜ਼ਾਦ ਹੋ ਗਿਆ। ਮੈਨੂੰ ਇਹੋ ਜਿਹਾ ਦਰ ਮਿਲ ਗਿਆ, ਮੈਨੂੰ ਹੁਣ ਕੋਈ ਮੰਗਣਾ ਨਹੀਂ ਹੈ। ਮੇਰਾ ਪਰਿਵਾਰ ਸੰਗਤ ਇਹੋ ਜਿਹੀ ਮਿਲ ਗਈ ਜਿਹੜਾ ਮੇਰੇ ਜੀਵਨ ਦਾ ਸਾਧਾਰ ਬਣ ਗਿਆ, ਆਧਾਰ ਫਾਊਂਡੇਸ਼ਨ ਬਣ ਗਈ, ਅੱਛੀ ਫਾਊਂਡੇਸ਼ਨ ਬਣ ਗਈ, ਸੋਲਿਡ ਫਾਊਂਡੇਸ਼ਨ ਬਣ ਗਈ, ਇਹੋ ਜਿਹੀ ਫਾਊਂਡੇਸ਼ਨ ਜਿਹੜੀ ਸਦਾ ਲਈ ਹੈ। ਫਿਰ ਕਹਿੰਦੇ ਉਹ ਰਾਜਾ ਵੀ ਹੈ, ਉਹ ਭਿਖਾਰੀ ਨਹੀਂ ਹੈ। ਉਹਦੇ ਕੋਲ ਅਸਲ ਵੈਲਥ ਹੈ। ਜਿਹੜੀ ਟਕਸਾਲ ਦੀ ਗੱਲ ਗੁਰੂ ਨਾਨਕ ਸਾਹਿਬ ਅਖੀਰਲੀ ਪੌੜੀ ਵਿੱਚ ਸਾਨੂੰ ਸਮਝਾਉਣਗੇ
ਦੇਖੋ ਸੱਚਖੰਡ ਦੇ ਦਰਸ਼ਨ ਕਰਾ ਕੇ ਫਿਰ ਉਸ ਪੌੜੀ ਦੇ ਦਰਸ਼ਨ ਕਰਾਉਂਦੇ ਨੇ, ਫਿਰ ਸਾਨੂੰ ਟਕਸਾਲ ਦੇ ਵਿੱਚ ਲੈ ਜਾਂਦੇ ਨੇ। ਖੜੀਏ ਸ਼ਬਦ ਸੱਚੀ ਟਕਸਾਲ। ਦੇਖੋ ਮਹਾਰਾਜ ਨੇ ਸਾਨੂੰ ਸ਼ਬਦ ਦੇ ਨਾਲ ਸੁਰਤ ਨੂੰ ਘੜਨ ਦਾ ਆਦੇਸ਼ ਕੀਤਾ ਹੈ, ਔਰ ਜੇ ਅਸੀਂ ਉਸ ਦਾ ਮੰਨਣ ਕਰਾਂਗੇ ਤਾਂ ਇਹ ਜੀਵਨ ਦੀ ਪੋਸਿਬਿਲਿਟੀ ਸਾਨੂੰ ਸ਼ਬਦ ਵਿੱਚ ਖੋਲ ਰਹੇ ਹਨ। ਮੌਤ ਤਾਂ ਸਾਨੂੰ ਕੀ ਡਰਾਏਗੀ, ਆਜ਼ਾਦ ਹੋ ਜਾਵਾਂਗੇ। ਸਰੀਰ ਵੀ ਸਾਡੇ ਤੇ ਹਾਵੀ ਨਹੀਂ ਹੋ ਸਕਦਾ। ਸੁਰਤ ਵੀ ਇਸ ਮੰਡਲ ਵਿੱਚ ਘੁੰਮੇਗੀ ਜਿੱਥੇ ਸਦਾ ਹੀ ਵਿਕਾਸ ਹੋਏਗਾ। ਇੱਕ ਖੇੜਾ ਰਹੇਗਾ ਜੀਵਨ ਵਿੱਚ, ਉਸ ਖੇੜੇ ਵਿੱਚ ਨਾਲ ਚੱਲਦੇ ਰਵਾਂਗੇ। ਸਾਨੂੰ ਹੁਣ ਦੁਨੀਆ ਦੀ ਲੋੜਾਂ ਇਸ ਤਰ੍ਹਾਂ ਇੰਪੈਕਟ ਨਹੀਂ ਕਰਨਗੀਆਂ। ਦੁਨੀਆ ਦੀ ਅਕਸ ਜਿਹੜਾ ਹੈ ਇਤਨਾ ਹਾਵੀ ਨਹੀਂ ਹੋਏਗਾ, ਔਰ ਸੁਰਤ ਕਰਕੇ ਜੀ ਚਾਹੇਗਾ ਜਦੋਂ ਟੁੱਟ ਕੇ ਆਪਣੇ ਆਨੰਦ ਵਿੱਚ ਜਾ ਸਕਾਂਗੇ। ਇਹੋ ਜਿਹੀ ਅਵਸਥਾ ਦੀ ਗੱਲ ਸਾਹਿਬ ਸਾਨੂੰ ਦੱਸ ਰਹੇ ਹਨ। ਜਿਸ ਨੇ ਮੰਨਣ ਕਰ ਲਿਆ, ਜਿਸ ਨੇ ਅਮਲ ਕਰ ਲਿਆ, ਗੁਰੂ ਦੇ ਚਰਨਾਂ ਵਿੱਚ ਸਿਰ ਰੱਖ ਕੇ ਆਪਣਾ ਮਨ ਅਰਪਣ ਕਰ ਦਿੱਤਾ, ਗੁਰੂ ਦੇ ਆਦੇਸ਼ ਨੂੰ ਆਪਣਾ ਮਨ ਬਣਾ ਲਿਆ, ਆਪਣੇ ਝੂਠੇ ਮਨ ਨੂੰ ਤਿਆਗ ਦਿੱਤਾ। ਇਹੀ ਅੱਗੇ ਸਾਹਿਬ ਸਾਨੂੰ ਦੱਸ ਰਹੇ ਹਨ। ਐਸਾ ਨਾਮ ਨਿਰੰਜਨ ਹੋਏ। ਨਾਮ ਜਿਹੜਾ ਹੈ ਉਹ ਨਿਰੰਜਨ ਹੈ। ਇਹ ਦੱਸਦੇ ਨੇ ਮਹਾਰਾਜ। ਨਿਰੰਜਨ ਬਿਨਾ ਕਪਟ ਦੇ ਹੈ, ਬਿਨਾ ਕਾਲਕ ਦੇ ਹੈ, ਬਿਨਾ ਕਰਪਸ਼ਨ ਦੇ ਹੈ। ਜੇ ਕੋ ਮਨ ਜਾਣੇ ਮਨ ਕੋਏ, ਜਿਸ ਮਨ ਨੇ ਆਪਣੀ ਮਨ ਦੀ ਅੰਤਰ ਦੀ ਅਵਸਥਾ ਜਾਣ ਲਈ, ਸਤ ਦੀ, ਜਿਸ ਮਨ ਨੇ ਅੰਤਰ ਦਾ ਵਿਕਾਸ ਜਾਣ ਲਿਆ, ਜਿਸ ਮਨ ਨੇ ਸ਼ਬਦ ਗੁਰੂ ਦਾ ਪ੍ਰਗਾਸ ਜਾਣ ਲਿਆ, ਜਿਸ ਮਨ ਨੇ ਸ਼ਬਦ ਔਰ ਸੁਰਤ ਦੀ ਖੇਡ ਵਿੱਚ ਆਪਣੇ ਆਪ ਨੂੰ ਲੀਨ ਕਰ ਦਿੱਤਾ। ਬੇਨਤੀ ਹੁਣ ਇਹ ਹੈ ਇੱਥੇ ਕਿ ਅਸੀਂ ਇਸ ਨੂੰ ਆਪਣੇ ਜੀਵਨ ਦੀ ਕਮਾਈ ਬਣਾ ਸਕੀਏ। ਡੈਡੀਕੇਟਿਡ ਸਮਾਂ ਦੇਈਏ, ਡੈਡੀਕੇਟਿਡ ਸਪੇਸ ਦੇਈਏ ਜਿੱਥੇ ਇਹ ਅਭਿਆਸ ਹੋ ਸਕੇ, ਔਰ ਫਿਰ ਸਾਡੇ ਰੋਜ਼ਮर्रा ਦੇ ਪੂਰੇ ਜੀਵਨ ਨੂੰ ਇੰਪੈਕਟ ਕਰ ਸਕੇ। ਮੈਂ ਟੁਰਦਾ ਫਿਰਦਾ ਵੀ ਨਾਮ ਅਭਿਆਸ ਕਰ ਲਵਾਂ, ਉੱਥੇ ਤੱਕ ਪਹੁੰਚਣਾ ਹੈ, ਕਿਉਂਕਿ ਇਹ ਬੜੀ ਲੰਬੀ ਦੌੜ ਹੈ। ਕਈ ਸੰਸਕਾਰ ਪਾਲੇ ਹੋਏ ਆ ਮਨ ਵਿੱਚ, ਇਹਨਾਂ ਸਭ ਤੋਂ ਮੁਕਤ ਹੋਣਾ ਹੈ। ਮੰਨੇ ਭਾਵੇ ਮੋਖ ਦੁਆਰ। ਆਪਣੇ ਮਨ ਦੀਆਂ ਵਿਕਾਰਾਂ ਤੋਂ ਮੁਕਤ ਹੋਣਾ, ਆਪਣੇ ਮਨ ਦੇ ਬੇਚੈਨੀਆਂ ਤੋਂ ਮੁਕਤ ਹੋਣਾ, ਆਪਣੇ ਮਨ ਦੀ ਪਰੇਸ਼ਾਨੀਆਂ ਤੋਂ ਮੁਕਤ ਹੋਣਾ, ਔਰ ਕੀ ਮਿਲ ਜਾਣਾ ਹੈ? ਆਨੰਦ ਦਾ ਦੁਆਰ ਮਿਲ ਜਾਣਾ ਹੈ, ਜਿਹੜਾ ਮੈਨੂੰ ਫ੍ਰੀ ਕਰ ਦੇਗਾ, ਆਜ਼ਾਦ ਕਰ ਦੇਗਾ। ਆਜ਼ਾਦ, not dependent on anything। ਜੀਵਨ ਦੀ ਆਜ਼ਾਦੀ ਕੀ ਹੈ? ਅੰਤਰ ਮਨ ਦਾ ਪ੍ਰਗਾਸ ਔਰ ਆਨੰਦ ਪ੍ਰਾਪਤ ਕਰ ਲੈਣਾ ਹੀ ਆਜ਼ਾਦੀ ਹੈ। ਹੁਣ ਮੇਰੀ ਉਸ ਆਨੰਦ ਦੀ ਅਵਸਥਾ ਤਾਂ ਹੁਣ ਕਿਸੇ ਤੇ ਡਿਪੈਂਡੈਂਸ ਨਹੀਂ ਹੈ। ਇਹ ਅਸਲ ਆਜ਼ਾਦੀ ਹੈ। ਫਿਰ ਉਹਦੇ ਨਾਲ ਮੈਨੂੰ ਸੰਗਤ ਮਿਲ ਜਾਏਗੀ, ਮੈਂ ਆਪਣੇ ਆਲੇ ਦੁਆਲੇ ਨੂੰ ਵੀ ਸੁਧਾਰ ਸਕਾਂਗਾ, ਸਰਬੱਤ ਦੇ ਭਲੇ ਦੇ ਮਾਰਗ ਵਿੱਚ ਤੁਰ ਪਾਵਾਂਗਾ। ਸਾਹਿਬ ਸਾਨੂੰ ਦੱਸਦੇ ਹੈ, ਫਿਰ ਮੈਂ ਤਰ ਜਾਵਾਂਗਾ ਇਸ ਜੀਵਨ ਤੋਂ। ਤਰਨ ਦਾ ਮਤਲਬ ਕੀ ਹੈ? ਡੁੱਬ ਜਾਣਗੇ ਉਹ ਜਿਨ੍ਹਾਂ ਨੇ ਨਾਮ ਨਹੀਂ ਕਮਾਇਆ, ਉਹ ਹਾਰ ਕੇ ਜਾਣਗੇ। ਜਿਹੜੇ ਤਰਨਗੇ ਉਹ ਜਿਨ੍ਹਾਂ ਨੇ ਪ੍ਰੇਮ ਕਮਾ ਲਿਆ, ਜਿਨ੍ਹਾਂ ਨੇ ਨਾਮ ਨੂੰ ਜਾਣ ਲਿਆ, ਮੰਨਣ ਕਰ ਲਿਆ ਨਾਮ ਦਾ ਮਨ ਦੇ ਅੰਦਰ, ਮਨ ਦਾ ਰੰਗ ਬਦਲ ਦਿੱਤਾ, ਮਨ ਦੀ ਅੰਦਰ ਦੀ ਅਵਸਥਾ ਬਦਲ ਦਿੱਤੀ, ਮਨ ਦੀ ਅਵਸਥਾ ਖੇੜੇ ਵਿੱਚ ਆ ਗਈ ਗੁਰਪ੍ਰਸਾਦ ਦੇ ਕਰਕੇ। ਸਾਹਿਬ ਦੱਸਦੇ ਨੇ, ਮੰਨੇ ਤਰੇ ਤਾਰੇ ਗੁਰਸਿੱਖ। ਆਪ ਹੀ ਤਰਦਾ ਹੈ। ਜੇ ਆਪ ਹੀ ਡੁੱਬੇਗਾ ਉਹ ਦੂਜੇ ਨੂੰ ਕੀ ਤਾਰੇਗਾ? ਜਿਹੜਾ ਆਪ ਹੀ ਡੁੱਬਿਆ ਹੋਇਆ ਉਹ ਕਾਹਦਾ ਦੂਜੇ ਨੂੰ ਤਾਰ ਸਕਦਾ ਹੈ? ਜਿਹੜਾ ਆਪ ਤਰ ਜਾਏਗਾ ਉਹੀ ਦੂਜੇ ਨੂੰ ਸਹਾਰਾ ਬਣ ਸਕੇਗਾ। ਉਹੀ ਸਿੱਖ ਜਿਹੜਾ ਗੁਰੂ ਤੋਂ ਪ੍ਰੇਰਿਤ ਹੋ ਕੇ ਹੋਰ ਸਿੱਖਾਂ ਦਾ ਸਹਾਰਾ ਬਣ ਸਕਦਾ ਹੈ।
ਇਹੋ ਜਿਹਾ ਕੋਈ ਸਿੱਖ ਸਾਨੂੰ ਵੀ ਮਿਲੇ ਜੀਵਨ ਵਿੱਚ। ਅਸੀਂ ਸਾਰੇ ਡੁੱਬੇ ਫਿਰਦੇ ਹਾਂ। ਨਾਮ ਸਾਡਾ ਸਹਾਰਾ ਬਣ ਜੇ, ਅਸੀਂ ਤਰਨ ਦੀ ਵਿਧੀ ਜਾਣ ਲਈਏ, ਤਾਂ ਅਸੀਂ ਪਾਰ ਹੋ ਸਕੀਏ ਜੀਵਨ ਦੀ ਨਦੀ ਤੋਂ। ਜਿਹੜੀ ਬਹਿੰਦੀ ਨਦੀ ਹੈ, ਬਹਿੰਦਾ ਦਰਿਆ ਹੈ, ਸਾਨੂੰ ਬਹਾਏ ਜਾ ਰਿਹਾ ਨਾਲ ਆਪਣੇ। ਇਹ ਗੱਲ ਸਾਨੂੰ ਸਮਝਣੀ ਹੈ ਕਿ ਇਸ ਜੀਵਨ ਵਿੱਚ ਮੁਕਤ ਕਿਵੇਂ ਹੋਣਾ ਹੈ। ਜਿਹੜਾ ਹਰੀ ਦਾ ਸੰਤ ਹੈ ਉਹ ਕਿਸ ਤਰ੍ਹਾਂ ਮੁਕਤ ਹੁੰਦਾ ਹੈ। ਜਿਨ੍ਹਾਂ ਨੇ ਇੱਕ ਨਾਮ ਤੇ ਆਇਆ ਉਹ ਮੁਕਤ ਹੋ ਗਏ। ਜਿਨ੍ਹਾਂ ਨੇ ਨਾਮ ਦੀ ਸੰਗਤ ਕਰ ਲਈ ਉਹਨਾਂ ਨੂੰ ਗੁਰਸਿੱਖਾਂ ਦੀ ਸੰਗਤ ਵੀ ਮਿਲ ਗਈ। ਇਹਨਾਂ ਅੰਤਰ ਦੇ ਮਨ ਦਾ ਪ੍ਰਗਾਸ ਖੋਲ ਲਿਆ, ਉਹਨਾਂ ਨੂੰ ਮੁਕਤੀ ਦਾ ਦਵਾਰ ਮਿਲ ਗਿਆ। ਹੁਣ ਉਹ ਕਾਹਦੇ ਭਿਖਾਰੀ ਨੇ, ਉਹ ਤਾਂ ਰਾਜੇ ਨੇ। ਉਹ ਕਿੱਥੇ ਭ੍ਰਮਣ ਕਰਨਗੇ? ਉਹ ਹਰ ਜਗ੍ਹਾ ਸਰਵ ਵਿਆਪਕ ਨਿਰੰਕਾਰ ਦੇ ਨਾਲ ਜੁੜੇ ਹੋਏ ਨੇ। ਰਾਜਾ ਕੌਣ ਹੈ? ਜਿਹੜਾ ਕਦੇ ਰੰਕ ਨਹੀਂ ਬਣੇਗਾ। ਦੁਨੀਆ ਦਾ ਰਾਜਾ ਤੇ ਕਦੇ ਰੰਕ ਵੀ ਬਣੇਗਾ। ਹੁਣ ਕਦੇ ਮੌਤ ਆ ਜਾਏਗੀ ਤੇ ਸਾਰਾ ਰਾਜ ਗਿਆ। ਇਹ ਚੈਪਟਰ ਬੰਦ ਹੋਇਆ, ਅਗਲਾ ਪਤਾ ਨਹੀਂ ਕਿੱਥੇ ਲੈ ਜਾਏ। ਅਸਲ ਰਾਜਾ ਤੇ ਉਹ ਹੈ ਜਿਹਦਾ ਰਾਜ ਕਦੇ ਲਿਆ ਨਹੀਂ ਜਾ ਸਕਦਾ। ਮਹਾਰਾਜ ਕਹਿੰਦੇ ਨੇ ऐसा नाम निरंजन होए जेको मन जाने, जिसने जान लिया, आनंद जान लिया। महाराज आनंद विच लीन हो गए, गुम गए। जेको मन जाने, मन कोई होदा, ए विरला मन है, कोई मन है। ਇਹੋ ਜਿਹਾ ਕੋਈ ਮਨ ਜਿਸਨੇ ਕਮਾਈ ਕਰ ਲਈ। ਇਹੋ ਜਿਹੀ ਅਵਸਥਾ ਆਪ ਨੂੰ ਵੀ ਉਡੀਕਦੀ ਹੈ। ਇਹੋ ਜਿਹੀ ਅਵਸਥਾ ਮੈਨੂੰ ਵੀ ਉਡੀਕਦੀ ਹੈ ਅਗਰ ਮੈਂ ਇਸ ਤੇ ਆਪਣੀ ਸ਼ਕਤੀ, ਐਨਰਜੀ ਜੀਵਨ ਦੀ ਲਗਾਵਾਂ ਤਾਂ। ਅਗਰ ਮੈਂ ਅਮਲ ਕਰਨ ਨੂੰ ਜੀਵਨ ਦਾ ਹਿੱਸਾ ਬਣਾਵਾਂ ਤਾਂ। ਅਗਰ ਮੈਂ ਨਾਮ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਵਾਂ ਤਾਂ। ਅੱਜ ਕੱਲ ਬੜੀ ਡਿਬੇਟ ਚੱਲਦੀ ਹੈ, ਚੌਕੜੀ ਮਾਰ ਕੇ ਨਾ ਬੈਠੋ, ਇਸ ਤਰ੍ਹਾਂ ਨਾ ਕਰੋ। ਵਾਟ ਇਜ਼ ਵੈਲਿਊਬਲ ਇਜ਼ ਨਾਮ ਜਪਣਾ। ਜਿਵੇਂ ਮਰਜ਼ੀ ਕਰੋ, ਨਾਮ ਜ਼ਰੂਰ ਜਪਣਾ ਹੈ। ਨਾਮ ਆਧਾਰ ਹੈ ਸਿੱਖ ਦੇ ਜੀਵਨ ਦਾ। ਮੇਰਾ ਨਾਮ ਔਰ ਮਨ ਦਾ ਵਾਸਤਾ ਜਿਹੜਾ ਹੈ, ਐਸੇ ਨੇ ਮੇਰੇ ਜੀਵਨ ਨੂੰ ਪਲਟਣਾ ਹੈ। ਗੁਰੂ ਦੇ ਚਰਨਾਂ ਵਿੱਚ ਸੀਸ ਦੇ ਕੇ ਇਹੀ ਅਸੀਂ ਪਾਣਾ ਹੈ, ਗੁਰ ਪ੍ਰਸਾਦ ਹੀ ਪਾਣਾ ਹੈ। ਇੱਕ ਦਿਨ ਆ ਕੇ ਮੇਰਾ ਦੁਆਰ ਖੋਲ ਦੇਣਗੇ, ਬਰਖਾ ਹੋ ਜਾਏ ਆਨੰਦ ਦੀ ਕਿਸੇ ਦਿਨ। ਬਸ ਅੰਤਰ ਦਾ ਅਭਿਆਸ ਰੱਖਣਾ ਹੈ ਔਰ ਅਰਦਾਸ ਰੱਖਣੀ ਹੈ। ਗੱਲ ਕੀ ਹੈ ਜੀ ਕਿ ਜੀਵਨ ਵਿੱਚ ਅਸੀਂ ਜਦੋਂ ਜੀਵਨ ਜੀਂਦੇ ਹਾਂ ਤਾਂ ਰੋਜ਼ਮਰਰਾ ਦੇ ਜੀਵਨ ਵਿੱਚ ਸਾਨੂੰ ਇਹ ਬਲਰ ਹੋ ਜਾਂਦਾ ਹੈ ਸਭ ਕੁਝ। ਸਾਨੂੰ ਇਹ ਜਾਣਨ ਤੋਂ ਹਟ ਜਾਂਦਾ ਹੈ ਕਿ ਜੀਵਨ ਦਾ ਦਰਅਸਲ ਓਵਰਆਲ ਪਿਕਚਰ ਜੀਵਨ ਦੀ ਹੈ ਕੀ। ਕਿਉਂਕਿ ਡੇ ਟੂ ਡੇ ਵਿੱਚ ਇੰਨੀ ਐਨਰਜੀ ਲੱਗ ਜਾਂਦੀ ਹੈ ਕਿ ਜੀਵਨ ਦੀ ਐਨਰਜੀ ਬਚਦੀ ਨਹੀਂ ਜਾਣਨ ਲਈ। ਸਹੀ ਮੁਕਤ ਸੇ ਮਨ ਜਿਣੇ ਫਿਰ ਧਾਤ ਨਾ ਲਾਗੇ ਆਏ। 10ਵੇਂ द्वार ਰਹਿਤ ਕਰੇ ਤ੍ਰਿਭੁਵਨ ਸੂਝੀ ਪਾਏ। ਕਮਾਈ 10ਵੇਂ द्वार ਦੀ ਹੈ। 10ਵੇਂ द्वार कुंजी जब दीजे तब दयाल को दर्शन कीजिए। मृतक पाए 10 बंद छूटे, मित्र भाई सब छोड़े। कहत कबीरा जो हर त्यावे, जीवत बंधन तोड़े।
ਜੀਵਤ ਬੰਧਨ ਮੈਨੂੰ ਬੰਨਿਆ ਕਿਸ ਨੇ ਹੈ? ਇਹ ਹੰਕਾਰ ਦੀ ਕਿਸ਼ਤੀ ਦੇ ਉੱਪਰ ਸਵਾਰ ਇਹ ਮੇਰੇ ਸਾਰੀ ਇੰਦਰੀਆਂ ਦੇ ਰੋਗ, ਇਹਨਾਂ ਨੇ ਮੈਨੂੰ ਬੰਨਿਆ ਹੋਇਆ ਹੈ। ਇਹ ਘੁੰਮਦਾ ਹੀ ਰਹਿੰਦਾ ਇਹਦੇ ਵਿੱਚ, ਮੈਂ ਇਸ ਤੇ ਪਾਰ ਹੀ ਨਹੀਂ ਦੇਖਣ ਪਾ ਰਿਹਾ। ਇਹਨਾਂ ਤੋਂ ਹਟ ਕੇ ਜੀਵਨ ਦੇਖ ਹੀ ਨਹੀਂ ਪਾ ਰਿਹਾ ਮੈਂ। ਬੰਧਨ ਤੋੜ ਬੁਲਾਵੇ ਰਾਮ, ਮਨ में लागे साच ਧਿਆਨ। ਸੱਚ ਦਾ ਧਿਆਨ ਕਰਨਾ ਭਾਈ, ਝੂਠ ਨੂੰ ਤਿਆਗ ਦੇਣਾ, ਸੱਚ ਦਾ ਧਿਆਨ ਆ ਜਾਏਗਾ। ਬੋਲੋ ਜੀ ਧਿਆਨ ਕਿਸ ਦਾ ਕਰੀਏ, ਰੱਬ ਕਿੱਥੇ ਹੈ? ਉਹ ਝੂਠ ਤਿਆਗ ਦੇ ਨਾ, ਅਸਲ ਮਨ ਦੀ ਜੋ ਸਟੇਟ ਹੈ ਉਹ ਤਾਂ ਧਿਆਨ ਹੀ ਹੈ। ਇਹਦੀ ਵਾਂਡਰਿੰਗ ਹਟਾ ਦਿਓ ਤੇ ਧਿਆਨ ਚ ਆ ਜਾਏਗਾ। ਸਿਰਫ ਇਹਦੀ ਵੇਵਰਿੰਗ ਮਾਈਂਡ ਤਿਆਗ ਦਿਓ, ਇਹਦਾ ਜਿਹੜਾ ਥਾਟਸ ਚਲਦੀਆਂ ਨੇ ਇਹਨਾਂ ਨੂੰ ਲੈਟ ਦਮ ਸੈਟਲ, ਇਹ ਆਪਣੇ ਆਪ ਧਿਆਨ ਚ ਆ ਜਾਏਗਾ। ਇਹ ਤਾਂ ਇਹਦੀ ਅਸਲ ਮਨ ਦੀ ਅਵਸਥਾ ਹੀ ਧਿਆਨ ਅਵਸਥਾ ਹੈ। ਧਿਆਨ ਤੋਂ ਹੀ ਤਾਂ ਸਾਰੀ ਸ੍ਰਿਸ਼ਟੀ ਬਣੀ ਹੈ। ਪ੍ਰਭ ਕਿਰਪਾ ਤੇ ਬੰਧਨ ਛੂਟੇ, ਤਾਂ ਕਿਰਪਾ ਤੇ ਹਉਮੈ ਟੂਟੇ। ਪ੍ਰਭ ਕਿਰਪਾ ਤੇ ਬੰਧਨ ਛੂਟੇ, ਤਾਂ ਕਿਰਪਾ ਤੇ ਹਉਮੈ ਟੂਟੇ। ਮਹਾਰਾਜ ਕਿਰਪਾ ਕਰਨ, ਕਿਸੇ ਦਿਨ ਸਾਨੂੰ ਵੀ ਇਸ ਦਾ ਧਿਆਨ ਹੋ ਜਾਏ, ਇਹ ਮਾਰਗ ਸਾਨੂੰ ਵੀ ਮਿਲ ਜਾਏ, ਇਹੋ ਜਿਹੀ ਅਵਸਥਾ ਸਾਨੂੰ ਗਿਆਨ ਹੋ ਜਾਏ। ਆਪ ਪਛਾਣੇ ਮਨ ਨਿਰਮਲ ਹੋਏ, ਨਿਰਮਲ ਹੋਏ ਬਿਨਾਂ ਮਨ ਦੇ ਹੋਏ ਨਾਮ ਨਾਲ। पर ये मत पापा के संग, वो तो पैनामे के रंग। निर्मल नाम ਦੇ ਵਿੱਚ ਲੀਨ ਹੋ ਕੇ ਜਦ ਮੇਰਾ ਹੰਕਾਰ ਗਿਆ ਤਾਂ ਨਿਰਮਲ ਹੋ ਗਿਆ। ਆਪ ਪਛਾਣੇ ਮਨ ਨਿਰਮਲ ਹੋਏ, ਜੀਵਨ ਮੁਕਤ ਹਰ ਪਾਵੇ ਸੋਏ। ਜਿੰਦੇ ਜੀ ਮੁਕਤ ਹੋ ਗਿਆ। ਤਾਂ ਹੀ ਤਾਂ ਦੇਖੋ ਭਾਈ ਮਨੀ ਸਿੰਘ ਦੀ ਕਥਾ ਹੈ, ਬਾਬਾ ਦੀਪ ਸਿੰਘ ਦੀ ਕਥਾ ਹੈ, ਕੀ ਹੈ? ਇਹ ਜੀਵਨ ਮੁਕਤ ਹੈ। ਫਿਰ ਸਰੀਰ ਤੋਂ ਵੀ ਵਧੇ ਨੇ। ਇਹੋ ਜਿਹੇ ਚਮਤਕਾਰ ਕਿੱਥੋਂ ਹੁੰਦੇ ਨੇ? ਮਨ ਦੀ ਉਤਰਲੀ ਅਵਸਥਾ ਵਿੱਚ ਜੀਣ ਨਾਲ ਇਹੋ ਜਿਹੇ ਫਿਰ ਸਰੀਰ ਤੇ ਇੰਪੈਕਟ ਆ ਜਾਂਦੇ। ਸਾਹਿਬ ਨੇ ਆਦੇਸ਼ ਕੀਤਾ, ਕਿਰਪਾ ਕੀਤੀ, ਨਦਰ ਕੀਤੀ, ਗੁਰ ਪ੍ਰਸਾਦ ਮਿਲਿਆ ਗੁਰੂ ਤੋਂ, ਸਿੱਖ ਦਾ ਜੀਵਨ ਅਸੀਮ ਬਣ ਗਿਆ। ਕੋਈ ਸੀਮਾ ਨਹੀਂ ਰਹੀ। ਮੁਕਤ ਪਦਾਰਥ ਭਗਤ ਹਰ ਪਾਇਆ, ਜਾ ਕੇ ਹਿਰਦੇ ਵਸਿਆ ਹਰ ਸੋਈ। ਗੁਰਮੁਖ ਭਗਤ ਪ੍ਰਾਪਤ ਹੋਈ, ਹਰ ਕੀ ਭਗਤ ਮੁਕਤ ਆਨੰਦ। हर की भगत मुक्त आनंद। आनंद ही ना हो जाइए महाराज, गुरमत पाए परम आनंद। यह असल है तत्व ज्ञान। जिसने जानिया, जिसने कमा लिया, सिर्फ विचारन च नहीं है, सिर्फ गल्लां करन च नहीं है, सिर्फ पैसा करन दी गल नहीं है, मन दे विच जानन दी गल है, कमान दी गल है। किवें होएगा है? गुरमुख मिले मिलाए आपे, काल न जो है दुख न संतापे, हौमे मार बंधन सब तोड़ा है। गुरमुख शब्द सुहावनिया, शब्द सारे बंधन तोड़ देगा। शब्द और सुरत की इस खेड़ में सब कुछ हाजिर हो सकता है। महाराज दसते ने ऐसा नाम निरंजन होए, जे को मन जाने मन कोई। अजली विचार इतनी प्रवान करनी महाराज। कोई किसी नू प्रश्न होण या कुछ कहना चाहन, मोस्ट वेलकम। वाहिगुरु जी।